पर अगर एक सैक्स वर्कर अपनी मर्जी नाल पैसे लेके अपनी सर्विसेज ऑफर कर दी है, अपना जिस्म ऑफर कर दिया है या अपने क्लाइंट नाल संबंध बनाती है, दिस इज नो ऑफेंस एट ऑल। ਕਹਿੰਦਾ ਉਹ ਕਹਿੰਦੀ ਹੈ ਵੀ ਕੋਈ ਡਰੈਸ ਕੋਡ ਸੀਗਾ ਤੇ ਤੁਸੀਂ ਕਲਰਫੁਲ ਸੈਕਸੁਅਲ ਰਿਮਾਰਕਸ ਦਿੱਤੇ ਵੀ ਤੁਸੀਂ ਆਪਣੇ ਅੰਡਰਗਾਰਮੈਂਟਸ ਦਿਖਾਓ। ਅਗਰ ਮੇਰੇ ਤੇ ਚਾਰਜ ਲੱਗ ਜਾਂਦਾ ਮੇਰੀ ਤਾਂ ਸਾਰੀ ਨੌਕਰੀ ਖਤਮ ਹੋ ਜਾਂਦੀ, ਮੈਨੂੰ ਸਸਪੈਂਡ ਕਰ ਦਿੰਦੇ। ਰੰਗ ਰਲੀਆਂ ਮਨਾਉਣਾ ਮੈਡਮ ਕੋਈ ਆਫੈਂਸ ਹੀ ਨਹੀਂ ਹੈਗਾ, ਕਿਸੇ ਲਾ ਬੁੱਕ 'ਚ, ਕਿਸੇ ਸਟੈਚੂਟ, ਕਿਸੇ IPC 'ਚ ਕਿਤੇ ਨਹੀਂ ਲਿਖਿਆ। ਉਹ ਖਾਪ ਪੰਚਾਇਤਾਂ ਨੇ ਉੱਥੇ ਆਪਣੇ ਰੂਲ ਬਣਾ ਰੱਖੇ ਤੇ ਹੁਣ ਪਿਆਰ ਦਾ ਪਿਆਰ ਹੈ ਜੀ, ਪਿਆਰ ਤਾਂ ਇੱਕ ਨੈਚੁਰਲ ਨਸਰਗਿਕ ਚੀਜ਼ ਹੈਗੀ ਹੈ ਜੀ। ਹੋ ਗਿਆ ਤੇ ਭੱਜ ਗਏ ਤਾਂ ਉਹਨਾਂ ਨੂੰ ਪਕੜ ਲੈਂਦੇ ਆ, ਤਾਂ ਆ ਕੇ ਫਿਰ ਖਾਪ ਪੰਚਾਇਤਾਂ ਦਾ ਫਿਰ ਓਨਰ ਕਿਲਿੰਗਸ ਹੁੰਦੀਆਂ ਜਦੋਂ ਪਕੜ ਲੈਂਦੇ। ਉਹਦੀ ਭਾਬੀ ਨੇ ਕੋਨੇ 'ਚ ਜਾ ਕੇ ਗੱਲ ਕੀਤੀ, 1.5 ਮਿੰਟ ਬਾਅਦ ਐਂ ਕਰਦੀ, ਕਹਿੰਦੀ ਨਹੀਂ ਮੈਂ ਨਹੀਂ ਜਾਣਾ। ਉਹਦਾ ਬਾਪ ਕਹਿੰਦੀ ਬਾਪੂ तेरे से तो बात ही नहीं करनी। कहना देख लो जी जज साहब। मैं कहा देख लो क्या है, तुम्हारी बिटिया तो तेरे से बात नहीं कर रही है। कहता जी ये चोरी करके लेगी जी, मैंने 379 भी लगाई है जी और पर्चा दर्ज है जी, इससे रिकवरी करनी है सारी। मैं क्या कितने की ज्वेलरी? कहता जी सारी ज्वेलरी लेगी। वो कहती बापू क्यों झूठ बोल रहा है, तेरे पल्ले है क्या, सस्पेंड तो तू चल रहा। बोली तेने ना मेरे पिछले बर्थडे पे एक अंगूठी दी थी, ये ले। उसके मुंह पे मारी बेचारी। बई प्रोस्टिट्यूशन हले लीगल नहीं होया है जी। लीगल उदों होगा जो पार्लीमेंट एक्ट पास करूगी, पर इलीगल भी नहीं हैगा। एक दरवाजे 8-10 सैक्स वर्कर्स खड़ी हैं, थोनों हांका मार दियाँ, बुला रही हैं। वो बड़ा ही दैट वाज घासली सीन, मतलब फिर लड़की बॉयफ्रेंड ने इलोप कर गई। वो उत्थे उन्हें उन्होंने यूज़ किया, पैसे खत्म हो गए, उन्हें सेल करता। पर NGOs इंटरनेट से डाटा जो अवेलेबल है ये 90 लाख तो लेके 1.25 करोड़ तक है जी। एक बड़ी कुटिल जी हसी करनी है, आम तौर पर छक्का है, हिजड़ा किंडर नाम कहना छक्का हैगा। उन्होंने पूछे भाई ये कोई अपनी मर्जी नाल है, रब ने उन्होंने विच इदां दी फिजिकल वो पातियां हैगियां ट्रेड्स भी वो बेचारे उदां बिहेव करते हैं। 35 ਸਾਲਾਂ ਦੀ ਜੁਡੀਸ਼ਰੀ ਦੀ ਸਰਵਿਸ ਦੌਰਾਨ ਐਜ਼ ਅ ਜੱਜ ਸੰਜੀਵ ਜਿੰਦਲ ਹੋਰਾਂ ਦੇ ਹਜ਼ਾਰਾਂ ਹੀ ਕੌੜੇ ਮਿੱਠੇ ਤਜਰਬੇ ਰਹੇ। ਸੈਕਸ ਲਾਜ਼ ਦੀ ਲੋੜੀਂਦੀ ਸਮਝ ਨਾ ਹੋਣ ਕਰਕੇ ਲੱਖਾਂ ਲੋਕ ਹਰਾਸਮੈਂਟ ਦੀ ਭੇਂਟ ਚੜ ਜਾਂਦੇ ਨੇ ਜਾਂ ਇੱਜ਼ਤ ਨਿਲਾਮ ਹੋਣ ਦੇ ਡਰ ਤੋਂ ਚੁੱਪ ਇਖਤਿਆਰ ਕਰ ਲੈਂਦੇ ਨੇ ਔਰ ਉਹਨਾਂ ਤੋਂ ਪੈਸੇ ਹਥਿਆ ਲਏ ਜਾਂਦੇ ਨੇ। ਇੱਕ ਵਾਰ ਤਾਂ ਖੁਦ ਜੱਜ ਸਾਹਿਬ ਵਾਲ-ਵਾਲ ਵਜੇ, ਜਿਸ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਕਿਤਾਬ ਲਿਖੀ ਸੈਕਸ ਲਾਜ਼ ਇਨ ਇੰਡੀਆ। ਕਿਤਾਬ ਦੀ ਸ਼ੈਲੀ ਬਾਕਮਾਲ ਹੈ, ਆਸਾਨੀ ਨਾਲ ਸਮਝਾਉਣ ਵਾਲੀ ਹੈ। ਸੈਕਸ ਲਾਜ਼ ਪ੍ਰਤੀ ਲੋਕਾਂ ਦੀ ਜਾਗਰੂਕਤਾ ਲਈ ਲਿਖਿਆ ਇਹ ਬਿਹਤਰੀਨ ਨਮੂਨਾ Amazon ਤੇ ਵੀ ਅਵੇਲੇਬਲ ਹੈ। ਖੁਸ਼ਾਮਦੀਦ, ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਗੁਰਨੀਤ ਹਾਂ ਤੁਹਾਡੇ ਨਾਲ। ਅਦੀਬ ਅਜ਼ੀਜ਼ ਦੋਸਤੋ, ਪ੍ਰੋਗਰਾਮ ਅਨਮਿਊਟ ਕਿਸੇ ਵਿੱਚ ਇੱਕ ਮਰਤਬਾ ਫਿਰ ਤੋਂ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਮਿਸਟਰ ਸੰਜੀਵ ਜਿੰਦਲ ਜੀ। 35 ਸਾਲਾਂ ਦੇ ਲੰਬੇ ਚੌੜੇ ਜੁਡੀਸ਼ਰੀ ਦੇ ਕਰੀਅਰ ਤੋਂ ਬਾਅਦ ਇਹ ਕਿਤਾਬ ਬੜੇ ਕਮਾਲ ਦੀ ਨਿਕਲ ਕੇ ਸਾਹਮਣੇ ਆਈ ਹੈ। ਇੱਕ ਉਪਨਿਆਸ ਦੇ ਤੌਰ 'ਤੇ ਇਹਨਾਂ ਨੇ ਕਿਤਾਬ ਲਿਖੀ ਹੈ ਸੈਕਸ ਲਾਜ਼ ਇਨ ਇੰਡੀਆ। ਦਰਅਸਲ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਮੁੰਡੇ ਕੁੜੀ ਗਾਰਡਨ 'ਚ ਬੈਠੇ ਨੇ, ਕੋਈ ਪੁਲਿਸਮੈਨ ਉਹਨਾਂ ਨੂੰ ਇੰਟਰਰਪਟ ਕਰਦਾ ਹੈ, ਹਾਲਾਂਕਿ ਕਿਸੇ ਦੀ ਪਰਸਨਲ ਸਪੇਸ ਵਿੱਚ ਜਾਣ ਦਾ ਕਿਸੇ ਨੂੰ ਹੱਕ ਨਹੀਂ ਹੈ। ਕੀ ਇਹ ਉਹਨਾਂ ਦਾ ਹੱਕ ਹੈ ਜਾਂ ਕੀ ਪੁਲਿਸਮੈਨ ਨੂੰ ਇਹ ਹੱਕ ਹੈ ਕਿ ਉਹ ਇੰਟਰਰਪਟ ਕਰ ਸਕਦਾ ਹੈ? ਇਸ ਤਰ੍ਹਾਂ ਦੀਆਂ ਤਮਾਮ ਗੱਲਾਂ ਸੈਕਸ ਲਾਜ਼ ਮੁਤਲਕ ਔਰ ਇਹਨਾਂ ਦੀ ਜ਼ਿੰਦਗੀ ਦੇ ਬਾਕਮਾਲ ਕਿਸੇ ਅੱਜ ਦੇ ਇਸ ਪ੍ਰੋਗਰਾਮ ਦੀ ਚਰਚਾ ਦਾ ਵਿਸ਼ਾ ਰਹਿਣਗੇ। ਬਹੁਤ ਬਹੁਤ ਸਵਾਗਤ ਹੈ ਦਾ ਅਨਮਿਊਟ ਤੇ ਤੁਹਾਡਾ। ਥੈਂਕ ਯੂ ਸੰਜੀਵ ਜੀ, ਇੱਕ ਲੰਬੀ ਚੌੜੀ ਜਰਨੀ ਰਹੀ ਹੈ ਤੁਹਾਡੀ ਅਤੇ ਇਸ ਵਿੱਚ ਮੈਂ ਜਾਣਨਾ ਚਾਹਾਂਗੀ ਕਿ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਇੱਕ ਕੇਸ ਹੋਇਆ ਸੀ ਜਿਸ ਕਰਕੇ ਨਤੀਜੇ ਵਜੋਂ ਜਿਹੜਾ ਨਿਚੋੜ ਹੈ ਉਹ ਇਸ ਕਿਤਾਬ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਅੱਜ ਕੱਲ੍ਹ ਇਹ ਕਿਤਾਬ ਜਿਹੜੀ ਉਹ ਚਰਚਾ ਦਾ ਵਿਸ਼ਾ ਵੀ ਹੈ, ਸੈਕਸ ਲਾਜ਼ ਇਨ ਇੰਡੀਆ। ਇੱਕ ਆਫਿਸਰ ਵਾਸਤੇ ਜੋ ਇੱਕ ਰੈਪਿਊਟਡ ਪੋਸਟ 'ਤੇ ਹੈ, ਇੱਕ ਚੇਅਰ 'ਤੇ ਬਿਰਾਜਮਾਨ ਹੈ, ਉਹਦੇ ਵਾਸਤੇ ਇੰਨਾ ਬੋਲਡ ਟੌਪਿਕਸ ਦੇ ਨਾਲ ਸਮਾਜ ਵਿੱਚ ਉੱਭਰ ਕੇ ਆਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਸਭ ਤੋਂ ਪਹਿਲਾਂ ਮੈਂ ਚਾਹਾਂਗੀ ਉਸ ਕਿਸੇ ਨੂੰ ਹੀ ਇਸ ਪ੍ਰੋਗਰਾਮ ਦੀ ਸ਼ਾਨ ਬਣਾਈਏ ਜਿਸ ਕਰਕੇ ਇਹ ਕਮਾਲ ਦਾ ਜਿਹੜਾ ਸੰਗ੍ਰਹਿ ਹੈ ਕਥਾਵਾਂ ਦਾ, ਸਿਲਸਿਲਿਆਂ ਦਾ ਸਾਡੇ ਸਾਹਮਣੇ ਆਇਆ। ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਅਸੀਂ 35 ਸਾਲ ਦਾ ਜੁਡੀਸ਼ੀਅਲ ਆਫਿਸਰ ਦਾ ਕੈਰੀਅਰ ਹੈਗਾ ਜੀ। ਅਸੀਂ ਦੇਖਦੇ ਸੀ ਦੂਜਿਆਂ ਨਾਲ ਘਟਨਾਵਾਂ ਵਾਪਰਦੇ, ਅਸੀਂ ਉਹਨਾਂ ਨੂੰ ਐਡਜੂਡੀਕੇਟ ਵੀ ਕਰ ਦਿੰਦੇ ਸੀ, ਹੋਰ ਸੀ।
ਪਰ ਫਿਰ ਕੁਝ ਐਸਾ ਸਿਸਟਮ ਹੋਇਆ, ਸੋਸ਼ਲ ਮੀਡੀਆ ਦਾ ਵੀ ਕੁਝ ਐਸਾ ਜ਼ਮਾਨਾ ਹੋਇਆ ਵੀ ਤੁਹਾਨੂੰ ਯਾਦ ਹੋਊਗਾ ਮੋਲੈਸਟੇਸ਼ਨ ਐਟ ਵਰਕ ਪਲੇਸ ਜਿਹੜਾ ਹੈਗਾ ਉਹ ਇੱਕ ਕਨਸੈਪਟ ਹੈਗਾ, ਲਾਅ ਵੀ ਹੈਗਾ। ਮੋਲੈਸਟੇਸ਼ਨ ਐਟ ਵਰਕ ਪਲੇਸ 'ਤੇ ਨਹੀਂ ਹੋ ਸਕਦਾ ਜੀ। ਸਪੈਸ਼ਲ ਲਾਜ਼ ਵੀ ਗਵਰਨਮੈਂਟ ਨੇ ਬਣਾਏ ਅਤੇ ਉਹਦੇ ਵਿੱਚ ਇੱਕ ਮੀ ਟੂ ਕੰਪੇਨ ਵੀ ਚੱਲੀ ਸੀ, ਜਿਹਦੇ 'ਚ 20-20 ਸਾਲ ਪੁਰਾਣੇ ਕਿਸੇ ਮਾਡਲਸ ਨੇ ਹੋਰ ਨੇ ਜੋ ਥ੍ਰੈਸ਼ਹੋਲਡ ਆਫ ਕੈਰੀਅਰ 'ਤੇ ਹੁੰਦੀਆਂ ਸੀ ਅਤੇ ਆਪਣੇ ਬੌਸਿਸ ਤੋਂ ਫੇਵਰ ਲਈ ਆਪਣੀ ਮਰਜ਼ੀ ਨਾਲ ਲਈ। ਅੱਜ ਜਦੋਂ ਬਾਅਦ 'ਚ ਚੱਲੀ ਫਿਰ ਉਹਨਾਂ 'ਤੇ ਐਲੀਗੇਸ਼ਨ ਲਗਾਦੇ ਨੇ ਅਨਫਾਊਂਡਿਡ। ਉਹ 'ਚ ਕਈ ਕੈਜੁਅਲਟੀਜ਼ ਹੋਈਆਂ ਚੰਗੇ ਜਰਨਲਿਜ਼ਮ ਦੇ ਫੀਲਡ 'ਚ, ਕਾਰਪੋਰੇਟ ਦੇ ਫੀਲਡ 'ਚ, ਅਤੇ ਅੱਛੇ ਵੈਲ ਇਸਟੈਬਲਿਸ਼ ਬੰਦੇ ਟਾਕ ਸ਼ੋਅ 'ਚੋਂ ਕੱਢ ਤੇ ਜੱਜਿਸ ਵਿੱਚੋਂ ਕੱਢਤੇ ਜਿਹੜੇ ਟੀ ਵੀ 'ਤੇ ਆਉਂਦੇ ਜੀ। ਅਤੇ ਇੱਦਾਂ ਦਾ ਅਸੀਂ ਸਿਸਟਮ ਦੇਖਦੇ ਸੀ। ਬਟ ਜਿਵੇਂ ਤੁਸੀਂ ਕਿਹਾ ਵੀ ਮੇਰੇ ਨਾਲ ਹੀ ਹੋ ਗਿਆ ਇਹ। ਫਿਰ ਮੈਂ ਪੰਚਕੂਲੇ ਪੋਸਟਡ ਸੀਗਾ ਐਜ਼ ਐਡੀਸ਼ਨ ਡਿਸਟ੍ਰਿਕਟ ਐਂਡ ਸੈਸ਼ਨ ਜੱਜ। ਸਨ 2008 ਤੋਂ 2010 ਦੀ ਗੱਲ ਹੈਗੀ ਹੈ ਜੀ। ਅਤੇ ਮੈਂ ਨਾਮ ਆਇਡੈਂਟੀਫਿਕੇਸ਼ਨ ਵਗੈਰਾ ਦਾ ਡਿਸਕਲੋਜ਼ ਨਹੀਂ ਕਰਾਂਗਾ ਟੂ ਅਵੋਇਡ ਦੀ ਲੀਗਲ ਕੰਪਲੀਕੇਸ਼ਨਸ। ਜੀ। ਬਟ ਇਟ ਸੋ ਹੈਪਨ ਇਨ ਦੀ ਮੰਥ ਆਫ ਫੈਬਰਰੀ ਮੇਰੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜਿਹੜੇ ਸਾਡੇ ਇਮੀਡੀਏਟ ਬੌਸ ਹੁੰਦੇ ਹੈ ਉਹ 1 ਮਹੀਨੇ ਦੀ ਛੁੱਟੀ 'ਤੇ ਚਲੇ ਗਏ ਅਤੇ ਮੈਂ ADJ ਬੰਦ ਸੀਗਾ, ਐਡੀਸ਼ਨ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬੰਦ ਸੀ। ਉਹਨਾਂ ਤੋਂ ਬਾਅਦ ਕਹਿਣ ਲੱਗੇ ਜਿੰਦਲ ਸਾਹਿਬ ਥੋੜ੍ਹਾ ਜਿਹਾ ਇਨਡਿਸਿਪਲਿਨ ਜ਼ਿਆਦਾ ਹੋ ਰਿਹਾ ਜੀ ਅਤੇ ਸਟਾਫ ਦੀ ਯੂਨੀਫਾਰਮ ਵਗੈਰਾ ਦਾ ਤੁਸੀਂ ਸਰਪ੍ਰਾਈਜ਼ ਚੈੱਕ ਕਰ ਲੈਣਾ। ਅਤੇ ਉਹ ਚਲੇ ਗਏ ਅਤੇ ਮੈਂ 10-12 ਦਿਨਾਂ ਬਾਅਦ ਮੈਂ ਆਪਣੇ ਸੁਪਰਿੰਟੈਂਡੈਂਟ ਨੂੰ ਬੁਲਾਇਆ। ਮੈਂ ਕਿਹਾ ਵੀ ਦੇਖ ਜਰਾ ਸਟਾਫ 'ਚੋਂ ਕਿਹੜੇ ਬੰਦਿਆਂ ਨੇ ਯੂਨੀਫਾਰਮ ਨਹੀਂ ਪਾਈ ਵੀ ਹੈ, ਕਿਉਂਕਿ ਇੱਕ ਡਰੈਸ ਕੋਡ ਹੁੰਦਾ ਹੈਗਾ ਬਿਲਕੁਲ ਜੱਜਿਸ ਲਈ ਵੀ ਹੈ, ਸਟਾਫ ਲਈ ਵੀ ਹੈ ਅਤੇ ਕਲਾਸ 4 ਲਈ ਵੀ ਹੈ। ਜੀ। ਉਹਨੇ 5 ਮਿੰਟ ਬਾਅਦ ਆ ਕੇ ਕਿਹਾ ਜੀ 3 ਬੰਦੇ ਜਿਹੜੇ ਹੈਗੇ ਆ ਆਪਣੇ 3 ਸਟਾਫ ਦੇ ਮੈਂਬਰ ਹੈ ਉਹ ਯੂਨੀਫਾਰਮ 'ਚ ਨਹੀਂ ਹੈ ਅਤੇ ਉਹ ਤਿੰਨੇ ਕਲਾਸ 4 ਇੰਪਲਾਈ ਹੈ। ਜੀ। ਮੈਂ ਕਿਹਾ ਵੀ ਠੀਕ ਹੈ, ਉਹਨਾਂ ਨੂੰ ਨੋਟਿਸ ਸਰਵ ਕਰ ਦਿਓ ਜਿਹੜੇ ਆਪਣੇ ਪੰਜਾਬ ਕੋਰਟ ਐਕਟ ਦੇ ਰੂਲਸ ਦੇ ਮੁਤਾਬਕ। ਅਤੇ ਉਹ ਫਿਰ ਆਇਆ 5 ਮਿੰਟਾਂ ਬਾਅਦ ਕਹਿੰਦਾ ਜੀ ਉਹਨਾਂ 'ਚੋਂ ਇੱਕ ਲੇਡੀ ਸਟਾਫ ਜਿਹੜੀ ਹੈ ਉਹ ਮਿਲਣਾ ਚਾਹੁੰਦੀ ਹੈ। ਮੈਂ ਕਿਹਾ ਵੀ ਮਿਲਣ ਵਾਲੀ ਕੀ ਗੱਲ ਹੈ, ਨੋਟਿਸ ਦਾ ਜਵਾਬ ਦੇ ਦੂਗੀ। ਬਟ ਇੰਨੀ ਦੇਰ ਸ਼ੀ ਥਰਸਡ ਇਨਟੂ ਮਾਈ ਡਾਇਰਿੰਗ ਰੂਮ ਅਤੇ ਮੈਨੂੰ ਸੁਣਨਾ ਪਿਆ। ਮੈਂ ਕਿਹਾ ਹਾਂਜੀ ਦੱਸੋ। ਕਹਿੰਦੇ ਸਰ ਮੈਂ ਤਾਂ ਯੂਨੀਫਾਰਮ 'ਚ, ਮੈਨੂੰ ਤਾਂ ਗਲਤ ਨੋਟਿਸ ਸਰਵ ਹੋਇਆ। ਜੀ। ਅਤੇ ਮੈਂ ਕਿਹਾ ਜੀ ਤੁਹਾਡੀ ਯੂਨੀਫਾਰਮ ਕੀ ਹੈ? ਕਹਿੰਦੀ ਦੇਖੋ ਜੀ ਮੇਰੇ ਤਾਂ ਖਾਕੀ ਦਾ ਹੈਗਾ ਅਤੇ ਮੈਂ ਤਾਂ ਖਾਕੀ ਪਾਇਆ ਹੋਇਆ, ਉਹਦਾ ਓਵਰਕੋਟ ਪਾਇਆ ਹੋਇਆ ਸੀਗਾ। ਮੈਂ ਕਿਹਾ ਓਵਰਕੋਟ ਤਾਂ ਡਰੈਸ 'ਚ ਹੈ ਨਹੀਂ। ਕਹਿੰਦੀ ਜੀ ਅੱਜ ਕੋਲਡ ਡੇ ਜ਼ਿਆਦਾ ਅਤੇ ਮੈਨੂੰ ਠੰਡ ਜ਼ਿਆਦਾ ਲੱਗਦੀ ਹੈ, ਮੈਂ ਓਵਰਕੋਟ ਪਾ ਲਿਆ। ਮੈਂ ਕਿਹਾ ਚਲੋ ਇਟਸ ਆਲ ਰਾਈਟ। ਤੁਹਾਡਾ ਸੂਟ ਜਿਹੜਾ ਹੈ ਉਹ ਖਾਕੀ ਹੈ, ਸੂਟ ਔਰ ਸਲਵਾਰ ਖਾਕੀ, ਕਿਉਂਕਿ ਖਾਕੀ ਸੂਟ, ਖਾਕੀ ਸਲਵਾਰ, ਖਾਕੀ ਚੁੰਨੀ, ਜੀ ਇਹ ਡਰੈਸ ਕੋਡ ਸੀਗਾ ਕਲਾਸ। ਅਤੇ ਉਹਨੇ ਕੋਟ ਦੇ 2 ਬਟਨ ਖੋਲ੍ਹ ਕੇ ਕਿਹਾ, ਕਹਿੰਦੀ ਦੇਖੋ ਜੀ ਇਹ ਮੇਰਾ ਸਫੇਦ ਸੂਟ ਹੈ ਅਤੇ ਮੇਰੀ ਸਲਵਾਰ ਜਿਹੜੀ ਹੈਗੀ ਉਹ ਬਲੈਕ ਹੈ। ਤਾਂ ਮੈਂ ਉਹਨੂੰ ਪੁਆਇੰਟ ਆਊਟ ਕੀਤਾ ਵੀ ਸਫੇਦ ਸੂਟ ਤਾਂ ਕਲਾਸ 3 ਦੇ ਲਈ ਹੈ ਅਤੇ ਕਲਾਸ 4 ਲਈ ਤਾਂ ਖਾਕੀ ਹੀ ਹੈਗਾ। ਜੀ। ਅਤੇ ਇੰਨੀ ਦੇਰ 'ਚ ਜਿਵੇਂ ਉਹ ਮੈਂ ਇੱਦਾਂ ਬੈਠਾ ਸੀ, ਸਾਹਮਣੇ ਉਹ ਆਈ ਟੇਬਲ ਵਿੱਚ ਟੇਬਲ ਸੀਗਾ, ਇੱਧਰ 2 ਕੁਰਸੀਆਂ ਸੀ, ਉਹ 'ਤੇ ਇੱਕ ਸਾਡੀ ਮੈਜਿਸਟਰੇਟ ਬੈਠੀ ਸੀ, ਲੇਡੀ ਮੈਜਿਸਟਰੇਟ, ਉਹ ਕੋਈ ਐਡਮਿਨਿਸਟ੍ਰੇਟਿਵ ਕੰਮ ਡਿਸਕਸ ਕਰਨ ਆਈ ਸੀ। ਉਹਨੇ ਉਹਨੂੰ ਦੇਖਿਆ, ਮੇਰੇ ਤਾਂ ਮੂਹਰੇ ਟੇਬਲ ਸੀਗਾ ਮੈਨੂੰ ਦੀ, ਕਹਿੰਦੀ ਸਰ ਇਹਨੇ ਤਾਂ ਖਾਕੀ ਸਲਵਾਰ ਵੀ ਨਹੀਂ ਪਾਈ, ਇਹਨੇ ਤਾਂ ਸਕਿਨ ਟਾਈਟ ਜਿਹੜੀ ਹੈ ਉਹ ਸਲੈਕਸ ਪਾ ਰੱਖੀ ਹੈਗੀ ਹੈ। ਸਕਿਨ ਟਾਈਟ ਟਰਾਊਜ਼ਰ ਉਹਨੂੰ ਆਪਾਂ ਸਲੈਕਸ ਕਹਿ ਦਿੰਦੇ ਹਾਂ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਤੁਸੀਂ ਜਾਓ ਅਤੇ ਇਹਦਾ ਨੋਟਿਸ ਦਾ ਜਵਾਬ ਦੇ ਦੇਣਾ। ਚਲੀ ਗਈ। ਸੋ ਗੁੱਡ ਸੋ ਬੈਟਰ। ਚੌਥੇ ਕੁ ਦਿਨ ਮੈਨੂੰ ਔਨਰੇਬਲ ਹਾਈ ਕੋਰਟ ਤੋਂ ਫੋਨ ਆਇਆ। ਇੱਕ ਵਿਜੀਲੈਂਸ ਜੱਜ ਹੁੰਦੇ ਆ ਸਾਡੇ, ਜੀ ਉਹ ਜਿਹੜੇ ਜੁਡੀਸ਼ੀਅਲ ਅਫਸਰ ਨੀਚੇ ਹੁੰਦੇ ਉਹਨਾਂ ਦੇ ਖਿਲਾਫ ਕੰਪਲੇਂਟਸ ਵਗੈਰਾ ਨੂੰ ਡੀਲ ਕਰਦੇ ਆ। ਆਈ ਵੋਂਟ ਨੇਮ ਹਿਮ, ਪਰ ਉਹ ਸਾਡੀਆਂ ਸਰਵਿਸ 'ਚੋਂ ਸੀਗੇ ਅਤੇ ਮੈਨੂੰ ਜਾਣਦੇ ਸੀ ਕਾਫੀ ਦੇਰ ਤੋਂ। ਕਹਿਣ ਲੱਗੇ, ਕਹਿੰਦੇ ਜਿੰਦਲ ਸਾਹਿਬ ਇਹ ਤੁਹਾਡੇ ਖਿਲਾਫ ਇੱਕ ਕੰਪਲੇਂਟ ਲੈ ਕੇ ਖੜੀ ਹੈ ਲੇਡੀ ਸਟਾਫ। ਅਤੇ ਮੈਂ ਕਿਹਾ ਸਰ ਮੈਂ ਆਈ ਕੁਡ ਨੋਟ ਰੀਕਲੈਕਟ ਯਾਰ 5 ਪੁਰਾਣੀ ਦਿਨ ਗੱਲ ਸੀ, ਮਤਲਬ ਇੱਕ ਰੂਟੀਨ ਦੀ ਗੱਲ ਸੀ, ਆਊਟ ਆਫ ਮਾਈਂਡ ਹੋ ਗਈ। ਮੈਂ ਕਿਹਾ ਸਰ ਮੇਰੇ ਖਿਲਾਫ ਕੰਪਲੇਂਟ? ਕਹਿੰਦੀ ਹੈ ਵੀ ਕੋਈ ਡਰੈਸ ਕੋਡ ਸੀਗਾ ਅਤੇ ਤੁਸੀਂ ਕਲਰਫੁਲ ਸੈਕਸੁਅਲ ਰਿਮਾਰਕਸ ਦਿੱਤੇ ਵੀ ਤੁਸੀਂ ਆਪਣੇ ਅੰਡਰ ਗਾਰਮੈਂਟਸ ਦਿਖਾਓ। ਆਈ ਵਾਸ ਸਟੰਡ, ਆਈ ਵਾਸ ਟੇਕਨ ਅਬੈਕ ਯਾਰ। ਮੈਂ ਉਹਨੂੰ ਕਿਹਾ, ਮੈਂ ਕਿਹਾ ਸਰ ਮੈਂ ਤੁਹਾਨੂੰ ਆ ਕੇ ਐਕਸਪਲੇਨ ਕਰਦਾ। ਕਹਿੰਦੇ ਨਹੀਂ ਹੁਣੀ ਦੱਸ ਦਿਓ। ਮੈਂ ਕਿਹਾ ਸਰ ਮੈਂ ਹੁਣ ਜੱਜਮੈਂਟ ਲਿਖਾ ਰਿਹਾ, ਜਨਾਬ ਵੀ ਬਿਜ਼ੀ ਹੋਣਗੇ। ਕਹਿੰਦੇ ਚਲੋ ਤੁਸੀਂ 4:30 ਵਜੇ ਆ ਜਾਣਾ। ਆਈ ਟੋਲਡ ਹਿਮ ਦੀ ਹੋਲ ਸਟੋਰੀ ਇੱਦਾਂ। ਕਹਿੰਦਾ ਚਲੋ ਜਿੰਦਲ ਸਾਹਿਬ ਮੈਂ ਇਹ ਫਾਈਲ ਕਰ ਰਿਹਾ ਸਿੰਸ ਆਈ ਨੋ ਯੂ ਸਿੰਸ ਲੌਂਗ। ਅਤੇ ਮੈਂ ਕਿਹਾ ਜੀ ਚਲੋ ਸੋ ਗੁੱਡ ਸੋ ਬੈਟਰ, ਥੈਂਕਸ ਕੀਤੇ ਆ ਗਏ। ਅਤੇ ਇੰਨੀ ਦੇਰ ਸਾਡੇ ਰੈਗੂਲਰ ਸੈਸ਼ਨ ਜੱਜ ਸਾਹਿਬ ਜੁਆਇਨ ਕਰ ਗਏ ਛੁੱਟੀ ਤੋਂ ਬਾਅਦ। ਅਤੇ ਉਹਨਾਂ ਨੇ ਜੁਆਇਨ ਕਰਦੇ ਹੀ 3-4 ਦਿਨ ਬੁਲਾਇਆ। ਮੈਂ ਉਹਨੂੰ ਸਾਰੀ ਘਟਨਾ ਉੱਧਰ ਹੀ ਦੱਸਦੀ ਸੀ ਵੀ ਜੀ ਇੱਦਾਂ ਹੋਇਆ ਹੈਗਾ। ਜੀ। ਅਤੇ ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਮਿਸਟਰ ਜਿੰਦਲ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਤੋਂ ਜੀ ਕੰਪਲੇਂਟ ਰੈਫਰ ਹੋ ਕੇ ਆਈ ਹੈ ਲੇਡੀ ਸਟਾਫ ਦੀ ਥਰੂ ਹਾਈ ਕੋਰਟ। ਜੀ। ਅਤੇ ਇਹਦੀ ਇਨਕੁਆਇਰੀ ਕਰਨੀ ਪਊ। ਮੈਂ ਕਿਹਾ ਸਰ ਮੈਂ ਤਾਂ ਜੀ ਐਵੇਂ ਖਾਮਗਾ ਪੰਗੇ 'ਚ ਪੈ ਗਿਆ, ਤੁਹਾਡਾ ਹੀ ਆਦੇਸ਼ ਸੀਗਾ ਜੀ, ਮੈਂ ਤਾਂ ਉਹ ਕਰ ਰਿਹਾ ਸੀ ਔਰ ਮੈਂ ਇਕੱਲਾ ਨਹੀਂ ਸੀ ਜੀ, ਮੇਰੀ ਤਾਂ ਕਿਸਮਤ ਅੱਛੀ ਸੀ ਜੀ, ਉਦੋਂ 3 ਬੰਦੇ ਹੋਰ ਸੀ। ਜੀ। ਅਤੇ
ਉਹਨਾਂ ਨੇ ਰੂਲਸ ਨਾਲ ਪੜ੍ਹੇ, ਕਮੇਟੀ ਬਣਾਈ, ਉਹ 'ਚ ਵੂਮੈਨ ਲੇਡੀ ਜੱਜ ਐਡੀਸ਼ਨ ਸੈਸ਼ਨ ਜੱਜ ਸੀ ਇੱਥੇ, ਲੇਡੀ ਮੈਂਬਰ ਬਾਰ ਦੀ, ਤੀਜਾ ਹੋਰ CJM, ਉਹ ਕਰਕੇ ਜੀ ਸਭ ਦੇ ਬਿਆਨ ਹੋਏ ਜੀ, 3-4 ਦਿਨ ਇਹ 'ਚ ਲੱਗੇ, ਅਖੀਰ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਕਿ ਚਲੋ ਜੀ। ਉਸ ਤੋਂ ਬਾਅਦ ਉਹਨਾਂ ਦੀ ਬਦਲੀ ਹੋ ਗਈ ਨਾਰਨੌਲ, ਅਤੇ 2 ਕੁ ਮਹੀਨੇ ਬਾਅਦ ਮੇਰੀ ਵੀ ਕੁਦਰਤੀ ਨਾਰਨੌਲ ਬਦਲੀ ਹੋ ਗਈ, ਅਤੇ ਨਾਰਨੌਲ 3 ਕੁ ਮਹੀਨੇ ਬਾਅਦ ਮੈਨੂੰ ਸੰਮਨ ਆ ਗਿਆ ਜੀ ਇੱਥੇ ਤੋਂ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੇ ਕੋਰਟ ਤੋਂ ਪੰਚਕੂਲੇ। ਉਹਨੇ ਮੇਰੇ ਖਿਲਾਫ ਵਰਕ ਪਲੇਸ 'ਤੇ ਸੈਕਸੁਅਲ ਹਰਾਸਮੈਂਟ ਦਾ 354 IPC 354 IPC 'ਚ ਜੀ ਉਹਨੇ ਪਤਾ ਵੀ ਇਹ ਸੈਕਸੁਅਲੀ ਕਲਰਡ ਰਿਮਾਰਕਸ ਦਿੱਤੇ ਸੀਗੇ। ਅਤੇ ਕੰਪਲੇਂਟ ਕੇਸ ਕੀ ਹੁੰਦਾ, FIR ਤਾਂ ਸਿੱਧਾ ਹੀ ਚਾਰਜ ਲੱਗ ਜਾਂਦਾ। ਕੰਪਲੇਂਟ ਕੇਸ ਪਹਿਲਾਂ ਪ੍ਰੀਲਿਮਿਨਰੀ ਐਵੀਡੈਂਸ ਹੁੰਦਾ, ਕੋਰਟ ਅਸੈਸ ਕਰਦੀ ਹੈ ਵੀ ਕਿੰਨੀ ਕੁ ਸੱਚਾਈ ਹੈਗੀ ਇਹਦੇ 'ਚ। ਅਤੇ ਐਜ ਏ ਵਿਟਨੈਸ ਬੁਲਾਇਆ ਸੀਗਾ, ਅਤੇ ਆਈ ਵਾਸ ਟੇਕਨ ਅਵੇ ਕਿ ਯਾਰ ਇਹ ਤਾਂ ਕਮਾਲ ਹੋ ਗਿਆ। 2-4 ਕਲੀਗ ਨਾਲ ਵੀ ਗੱਲ ਕੀਤੀ, ਕਹਿੰਦੇ ਇਹ ਤਾਂ ਭਾਈ ਸਾਹਿਬ ਲੀਗਲ ਪ੍ਰੋਸੀਜਰ ਹੈ, ਤਾਂ ਕਰਨਾ ਪਊਗਾ। ਨਾਰਨੌਲ ਤੋਂ ਆਏ ਜੀ ਇੱਥੇ ਆ ਕੇ 3 ਘੰਟੇ ਉਹਦੇ ਵਕੀਲ ਨੇ, ਉਹ ਕੋਈ ਐਕਸ ਐਡੀਸ਼ਨਲ ਐਡਵੋਕੇਟ ਜਨਰਲ ਸੀ ਪੰਜਾਬ ਦਾ, ਉਹਨਾਂ ਦਾ ਫਰੈਂਡ ਹੋਣਾ ਲੇਡੀ ਸਾਹਿਬ ਦਾ ਕਿਸੇ ਤਰੀਕੇ ਨਾਲ, ਅਤੇ ਉਹਨਾਂ ਨੇ 3 ਘੰਟੇ ਜੀ ਮੈਨੂੰ ਵਿਟਨਸ ਬਾਕਸ 'ਚ ਖੜ੍ਹਾ ਕੇ ਮੇਰਾ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਅਤੇ ਗ੍ਰਿਲ ਕੀਤਾ। ਉਸ ਤੋਂ ਬਾਅਦ ਕਹਿੰਦੇ ਜੀ ਮੈਂ ਤਾਂ ਹੋਰ ਕਰਨਾ ਹੈ। ਫੇਰ ਲੱਗ ਗਈ ਜੀ 3 ਹਫ਼ਤੇ ਦੀ ਡੇਟ, ਅਸੀਂ ਫੇਰ ਆਏ ਜੀ। ਇਨ ਦੀ ਮੀਨ ਟਾਈਮ ਜੀ ਉਹਨੇ ਪਿਛਲੇ 30 ਸਾਲ ਦੀਆਂ ਜੀ ਮੇਰੀਆਂ ਸਾਰੀਆਂ RTI ਲਗਾ ਕੇ ਜਿੰਨੀਆਂ ਕੰਪਲੇਂਟਸ ਹੋਈਆਂ ਸੀਗੀਆਂ, ਸਾਲ 'ਚ 2-3 ਕੰਪਲੇਂਟਸ ਤਾਂ ਮੂਲੀ ਗੱਲ ਹੈ ਜੀ, ਕਿਸੇ ਵੀ ਅਫਸਰ ਦੀਆਂ ਹੋ ਜਾਂਦੀਆਂ, ਉਹ ਸਾਰਾ ਜੀ ਚਿੱਠਾ ਲਿਆ ਕੇ ਇੱਕ ਪੁੱਛਣ ਲੱਗਾ। ਮੈਂ ਕਿਹਾ ਭਾਈ ਸਾਹਿਬ ਮੈਨੂੰ ਇਹ ਸਾਰੀਆਂ ਮੈਨੇ ਜਵਾਬ ਦਿੱਤੀਆਂ, ਮੈਂ ਸਾਰੀਆਂ ਫਾਈਲ ਹੋਈਆਂ ਵੀ ਹੈ, ਇਸ ਤੋਂ ਬਾਅਦ ਮੇਰੀਆਂ ਪ੍ਰਮੋਸ਼ਨਾਂ ਹੋਈਆਂ ਵੀ, ਆਈ ਡੋਂਟ ਰਿਮੈਂਬਰ 30 ਸਾਲ ਪੁਰਾਣੀ ਚੀਜ਼, ਇਹ ਮੈਟਰ ਆਫ ਰਿਕਾਰਡ ਹੈ। ਉਹ ਪੁੱਛਦਾ ਰਿਹਾ ਜੀ, ਮੈਂ ਮਾੜਾ ਮੋਟਾ ਜੋ ਸੀਗਾ ਉਹਨੂੰ ਜਵਾਬ ਦਿੰਦਾ ਰਿਹਾ। 3 ਘੰਟੇ ਫੇਰ ਲੰਘੇ ਜੀ। ਕਹਿੰਦੇ ਜੀ ਮੈਂ ਤਾਂ ਹਲੇ ਹੋਰ ਕਰਨਾ, ਅਤੇ ਮੈਂ ਉਹ ਲੇਡੀ ਮੈਜਿਸਟਰੇਟ ਉਹ ਨਹੀਂ ਸੀਗੀ ਸਰਵਿਸ, 2-3 ਸਾਲ ਦੀ ਉਹ ਸੀ ਉਹਦੀ ਸਰਵਿਸ, ਤਾਂ ਮੈਂ ਉਹਨੂੰ ਰਿਕੁਐਸਟ ਕੀਤੀ, ਮੈਂ ਕਿਹਾ ਮੈਡਮ ਇਹ ਤਾਂ ਬਹੁਤ ਹੋ ਗਿਆ ਹੁਣ, ਅਤੇ ਹੋਰ ਕਿੰਨਾ ਕੁ ਕਰਨਗੇ, ਇਹ ਤਾਂ ਇਰੈਲੀਵੈਂਟ ਚੀਜ਼ਾਂ ਹੀ ਪੁੱਛੀਆਂ। ਕਹਿੰਦੀ ਚਲੋ ਮੈਂ ਇਹਨਾਂ ਨੂੰ ਆਖਰੀ ਮੌਕਾ ਦਿੰਦੀ ਹਾਂ। ਫਿਰ ਮੈਨੂੰ ਜੀ 2 ਹਫ਼ਤੇ ਬਾਅਦ ਬੁਲਾ ਲਿਆ ਜੀ। ਅਤੇ ਫਿਰ ਉਹਨਾਂ ਨੇ ਉਹੀ ਜੀ 2-2.5 ਘੰਟੇ ਉਹ ਕੀਤਾ, ਅਤੇ ਉਹ ਰੈਪੀਟੀਸ਼ਨ ਹੋਣ ਲੱਗ ਗਈ। ਫਿਰ ਲੇਡੀ ਮੈਜਿਸਟਰੇਟ ਨੇ ਕਿਹਾ ਵੀ ਨਹੀਂ ਮੈਂ ਹੋਰ ਤੁਹਾਨੂੰ ਅਲਾਓ ਨਹੀਂ ਕਰਾਂਗੀ। ਚਲੋ ਜੀ ਉੱਥੇ ਤੋਂ ਅੱਲਾ ਖੈਰ ਸੱਲਾ ਜੀ ਬਚੇ। ਬਾਅਦ 'ਚ ਪਤਾ ਲੱਗਿਆ ਵੀ ਉਹ ਲੇਡੀ ਮੈਜਿਸਟਰੇਟ ਨੂੰ ਵੀ ਜਿਹੜੇ ਬਾਕੀ ਦੇ 2 ਬੰਦੇ ਖੜ੍ਹੇ ਸੀ ਉਹਨਾਂ ਨੂੰ ਵੀ ਵਿਟਨੈਸ ਬਾਕਸ ਮਿਲਿਆ, ਉਹਨਾਂ ਦੀ ਵੀ ਚੰਗੀ ਗ੍ਰਿਲਿੰਗ ਕੀਤੀ ਜੀ। ਬਾਅਦ 'ਚ ਉਹ ਲੇਡੀ ਮੈਜਿਸਟਰੇਟ ਨੇ ਮੈਨੂੰ ਫੋਨ ਕੀਤਾ, ਕਹਿੰਦੀ ਸਰ ਮੈਂ ਤਾਂ ਰੋਈ ਪਈ ਜੀ ਉੱਥੇ, ਉਹਨੇ ਮੈਨੂੰ ਇੰਨਾ ਗ੍ਰਿਲ ਕੀਤਾ। ਚਲੋ ਜੀ ਉਸ ਤੋਂ ਬਾਅਦ ਉਹਨੇ ਨੈਚੁਰਲੀ 2-3 ਹੋਰ ਜੁਡੀਸ਼ੀਅਲ ਅਫਸਰ ਜਿਹੜੇ ਉਦੋਂ ਸੀਗੇ ਨਾਲ ਹੀ ਸੀਗੇ, ਉਹਨਾਂ ਨੇ ਕਿਹਾ ਵੀ ਇਹ ਕੋਈ ਉਹ ਐਡੀਸ਼ਨਲ ਸੈਸ਼ਨ ਜੱਜ ਵੀ ਉੱਥੇ ਸੀਗੀ ਜਿਹਨੇ ਪਹਿਲਾਂ ਇਨਕੁਆਇਰੀ ਕੀਤੀ ਸੀ। ਬਾਏ ਦੀ ਗ੍ਰੇਸ ਆਫ ਗੋਡ ਉਹਨੇ ਉਹ ਕੰਪਲੇਂਟ ਉਹਨਾਂ ਦੀ ਡਿਸਮਿਸ ਕਰਤੀ ਜੀ। ਬਟ ਉਹ ਹੀ ਡਿਡ ਨਾਟ ਰੈਸਟ ਦੇਅਰ, ਉਹਨੇ ਸੈਸ਼ਨ ਕੋਰਟ 'ਚ ਅਪੀਲ ਕੀਤੀ, ਉੱਥੋਂ ਵੀ ਹਾਰਿਆ, ਹਾਈ ਕੋਰਟ 'ਚੋਂ ਅਪੀਲ ਕੀਤੀ, ਉੱਥੋਂ ਵੀ ਹਾਰਿਆ। ਉਹਦਾ ਮਤਲਬ ਮੇਰੀ ਕਿਸਮਤ ਚੰਗੀ ਸੀ ਜੀ। ਮੈਂ ਕਈ ਦਫਾ ਆਈ ਗੈਟ ਸ਼ਿਵਰ ਕਿ ਯਾਰ ਉਹ ਨਾ ਹੁੰਦੇ ਲੋਕ, ਮੇਰੀ ਸੁਣਨ ਵਾਲਾ ਕੌਣ ਸੀਗਾ। ਉਹ ਕਹਿੰਦੇ ਵੀ ਯਾਰ ਇਹ ਨਹੀਂ ਕੀਤਾ ਹੋਊਗਾ ਕੁਛ ਨਾ ਕੁਛ, ਅਤੇ ਜਦੋਂ ਮੇਰੇ ਨਾਲ ਹੋ ਜਾਏ ਉਹ ਇੰਨੀ ਸੀਗੀ, ਅਗਰ ਮੇਰੇ 'ਤੇ ਚਾਰਜ ਲੱਗ ਜਾਂਦਾ ਮੇਰੀ ਤਾਂ ਸਾਰੀ ਨੌਕਰੀ ਖਤਮ ਹੋ ਜਾਂਦੀ, ਮੈਨੂੰ ਸਸਪੈਂਡ ਕਰ ਦਿੰਦੇ। ਅਤੇ ਜਦੋਂ ਮੇਰੇ ਨਾਲ ਇਹ ਹੋਇਆ ਤਾਂ ਫਿਰ ਮੈਨੂੰ ਲੱਗਿਆ ਯਾਰ ਜਿਹੜੇ ਇੱਦਾਂ ਦੇ ਖੱਟੇ ਮਿੱਠੇ ਐਕਸਪੀਰੀਅੰਸ ਹੈ ਐਟਲੀਸਟ ਉਹ ਲਿਖਣੇ ਚਾਹੀਦੇ ਆ, ਤਾਂ ਕਿ ਹੋਰ ਉਹ ਤਾਂ ਅਸੀਂ ਦੂਜਿਆਂ ਨਾਲ ਦੇਖਦੀ, ਜਦੋਂ ਆਪਣੇ ਨਾਲ ਹੋਇਆ ਦਿਸ ਬੇਸਿਕਲੀ ਪ੍ਰੋਂਪਟਡ ਮੀ, ਮੋਟੀਵੇਟਡ ਮੀ ਟੂ ਰਾਈਟ ਦਿਸ ਬੁੱਕ। ਸੋ ਐਗਜ਼ੈਕਟਲੀ ਇਹੀ ਗਰਾਊਂਡ ਬਣੀ ਕਿ ਤੁਸੀਂ ਇਹ ਕਿਤਾਬ ਨੂੰ ਲਿਖਿਆ। ਇਸ ਦੇ ਜਿਹੜੇ ਤੁਸੀਂ ਟਾਈਟਲਸ ਨੇ ਜਾਂ ਇਸ ਦੇ ਚੈਪਟਰਸ ਨੇ ਸੋ ਕਾਲਡ, ਬੜੇ ਕਮਾਲ ਦੇ ਉਹਨਾਂ ਦੇ ਟਾਈਟਲਸ ਰੱਖੇ ਨੇ, ਜਿਵੇਂ ਟਰਾਂਸਜੈਂਡਰਸ, ਜਾਂ ਇਸ ਤੋਂ ਬਾਅਦ ਮੈਂ ਪਹਿਲੇ ਟਾਈਟਲ ਦੀ ਹੀ ਗੱਲ ਕਰਾਂ ਤਾਂ ਰੰਗ ਰਲੀਆਂ ਮਨਾਏ। ਤਾਂ ਬੀਇੰਗ ਐਨ ਆਫਿਸਰ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਾਜ ਦੇ ਵਿੱਚ ਕਿਵੇਂ ਪ੍ਰਮੋਟ ਕਰ ਸਕਦੇ ਹੋ? ਨਹੀਂ, ਅਸੀਂ ਪ੍ਰਮੋਟ ਨਹੀਂ ਕਰਦੇ ਜੀ। ਮੈਂ ਇਹਦੇ 'ਚ ਉਹ ਸਾਰੇ ਜਿਹੜੇ ਲਾਅ ਆਲਰੇਡੀ ਇਨ ਐਗਜ਼ਿਸਟੈਂਸ ਹੈਗੇ ਆ, ਮੈਂ ਉਹਨਾਂ ਨੂੰ ਇੱਕ ਥਾਂ 'ਤੇ ਬੰਨ੍ਹਤਾ। ਪਰ ਮੈਂ ਕੀਤਾ ਕੀ ਇਹ 'ਚ ਵੀ ਰੀਡਰ ਨੂੰ ਇਹ ਚੰਗੀ ਲੱਗੇ ਕਿ ਤਾਂ ਮੈਂ ਇਹਦੀ ਲੈਂਗੁਏਜ ਬੜੀ ਸਿੰਪਲ ਰੱਖੀ ਹੈ। ਕੋਈ 10ਵੀਂ ਪਾਸ ਬੰਦਾ ਜਿਹਨੂੰ ਮਾੜੀ ਮੋਟੀ ਵੀ ਅੰਗਰੇਜ਼ੀ ਆਉਂਦੀ ਹੈ ਉਹ ਸਮਝ ਲੇ, ਲੀਗਲ ਵੋਕੈਬੂਲਰੀ ਨਹੀਂ ਇਹ 'ਚ ਕੀਤੀ। ਦੂਜਿਆਂ ਨੇ ਕਿਤਾਬਾਂ ਪੜ੍ਹ ਕੇ ਬੰਦਾ ਅੱਕ ਜਾਂਦਾ, ਆਹ ਸੈਕਸ਼ਨ ਮੈਂ ਇਹਨੂੰ ਟੌਪਿਕ ਵਾਈਜ਼ ਕਵਰ ਕੀਤਾ, ਅਤੇ ਉੱਥੇ ਸਾਰੇ ਲਾਅਜ਼ ਨੂੰ ਇਸ ਤਰੀਕੇ ਨਾਲ ਐਕਸਪਲੇਨ ਕੀਤਾ ਵੀ ਆਮ ਬੰਦੇ ਦੀ ਸਮਝ ਆ ਜਾਣ। ਹੁਣ ਜਿਵੇਂ ਆਪਾਂ ਰੋਜ਼ ਅਖਬਾਰਾਂ ਦੇਖਦੇ ਹਾਂ, ਤੁਸੀਂ ਤਾਂ ਪੱਤਰਕਾਰ ਹੋ, ਰੋਜ਼ ਹੀ ਦੇਖਦੇ ਹੋ ਅਖਬਾਰਾਂ ਕਿ ਜੀ ਇੱਕ ਆਦਮੀ ਔਰਤ ਰੰਗ ਰਲੀਆਂ ਮਨਾਉਣ ਦੀ ਤਿਆਰੀ ਕਰ ਰਹੇ ਸੀਗੇ ਜੀ, ਟਿਪ ਆਫ ਦੇਤੀ ਜੀ ਪੁਲਿਸ ਨੂੰ ਸੀਕ੍ਰੇਟ ਇਨਫੋਰਮੇਸ਼ਨ, ਆ ਕੇ ਛਾਪਾ ਮਾਰਿਆ, ਉਹਨਾਂ ਨੂੰ ਲੈ ਗਏ, ਜਾਂ ਤਾਂ ਮੁਚਲਕੇ 'ਤੇ ਛੱਡਤਾ ਜਾਂ ਅੰਦਰ ਕਰਤਾ ਜੀ। ਹੁਣ ਮੈਂ ਤੁਹਾਨੂੰ ਦੱਸਾਂ ਜੀ, ਸਾਡੇ ਕੋਲੇ ਵੀ ਪਹਿਲਾਂ ਪੇਸ਼ ਹੁੰਦੇ ਸੀ, ਅਸੀਂ ਵੀ ਉਹਨਾਂ ਛੱਡਦੇ। ਰੰਗ ਰਲੀਆਂ ਮਨਾਉਣਾ ਮੈਡਮ ਕੋਈ ਓਫੈਂਸ ਹੀ ਨਹੀਂ ਹੈਗਾ, ਕਿਸੇ ਲਾਅ ਬੁੱਕ 'ਚ, ਕਿਸੇ ਸਟੈਚੂ 'ਚ, ਕਿਸੇ IPC 'ਚ ਕਿਤੇ ਨਹੀਂ ਲਿਖਿਆ। ਪਰ ਨਾਲ ਦੀ ਨਾਲ ਇਹ ਸਵਾਲ ਇੱਕ ਹੋਰ ਖੜਾ ਹੁੰਦਾ, ਫਿਰ ਲਾਅ ਦੇ ਬਿਲਕੁਲ ਬੈਲੈਂਸ ਦੇ ਵਿੱਚ ਸਾਡੀ ਮੋਰੈਲਿਟੀ ਜਿਹੜੀ ਉਹ ਕਿੱਥੇ ਖੜੀ ਹੁੰਦੀ ਹੈ? ਮੈਡਮ ਗੱਲ ਇੱਦਾਂ ਹੈਗੀ ਹੈ, ਮੋਰੈਲਿਟੀ ਔਰ ਲਾਅ ਨਾ ਜੀ ਬਿਲਕੁਲ 2 ਡਿਫਰੈਂਟ ਕੰਸੈਪਟ ਹੈਗੇ। ਬਿਲਕੁਲ, ਆਈ ਐਗਰੀ। ਲਾਅ ਇਜ਼
ਕਿ ਜੋ ਤੁਸੀਂ ਲਾਅ ਨੂੰ ਵਾਇਲੇਟ, ਲਾਅ ਦੱਸਦਾ ਕੀ ਲੀਗਲ ਹੈ ਕੀ ਇਲੀਗਲ ਹੈ, ਜੀ। ਤੁਸੀਂ ਲਾਅ ਨੂੰ ਵਾਇਲੇਟ ਕੀਤਾ ਤੁਹਾਨੂੰ ਸਜ਼ਾ ਹੋਊਗੀ। ਹੁਣ ਜਿਵੇਂ ਲਾਅ ਦੀ ਇੱਕ ਸਿੱਧੀ ਗੱਲ ਹੈ ਵੀ ਹਰਿਆਣੇ ਪੰਜਾਬ 'ਚ ਪ੍ਰੋਹੀਬਿਸ਼ਨ ਦਾ ਲਾਅ ਨਹੀਂ, ਆਰਾਮ ਨਾਲ ਵਿਸਕੀ ਪੀਂਦੇ ਆ, ਡਰਿੰਕਸ ਲੈਂਦੇ ਆ ਲੋਕ। ਬਿਹਾਰ ਗੁਜਰਾਤ 'ਚ ਹੈਗਾ, ਉੱਥੇ ਤੁਸੀਂ ਸ਼ਰਾਬ ਪੀਂਦੇ ਪਕੜੇ ਜਾਓ, ਸ਼ਰਾਬ ਦੀ ਬੋਤਲ ਤੁਹਾਡੇ ਕੋਲੇ ਹੋਏ, ਟਰਾਂਸਪੋਰਟ ਕਰ ਰਹੇ ਹੋ, ਉੱਥੇ 3-3 ਸਾਲ ਤੱਕ ਦੀਆਂ ਸਜ਼ਾਵਾਂ ਹੈਗੀਆਂ ਜੀ। ਇਸੇ ਤਰ੍ਹਾਂ ਮੋਰੈਲਿਟੀ ਹੈ ਜੀ। ਮੋਰੈਲਿਟੀ ਬਿਲਕੁਲ ਡਿਫਰੈਂਟ ਹੈਗੀ। ਮੋਰੈਲਿਟੀ ਡਿਫਰਸ ਫਰੋਮ ਰਿਲੀਜਨ ਟੂ ਰਿਲੀਜਨ, ਰੀਜਨ ਟੂ ਰੀਜਨ। ਹੁਣ ਮੈਂ ਤੁਹਾਨੂੰ ਇੱਕ ਦੋ ਬੜੀਆਂ ਮੋਟੀਆਂ ਐਗਜ਼ਾਮਪਲ ਦਿੰਦਾ। ਹਿੰਦੂ ਮੈਰਿਜ ਐਕਟ ਤੋਂ ਬਾਅਦ ਹਿੰਦੂਆਂ ਦੇ ਲਈ ਜੀ ਸਿੱਖ ਜੈਨ ਬੌਧ ਵੀ ਸ਼ਾਮਿਲ ਕਰਤੇ ਹੋ, ਉਹਨਾਂ ਲਈ ਦੂਜੀ ਸ਼ਾਦੀ ਕਰਨਾ, ਇੱਕ ਲਿਵਿੰਗ ਸਪੋਜ਼ ਦੇ ਹੁੰਦੇ, ਦੂਜੀ ਪਤਨੀ ਨਾਲ ਵਿਆਹ ਕਰਾਉਣਾ ਇਮੋਰਲ ਹੋ ਗਿਆ। ਇਲੀਗਲ ਤਾਂ ਹੋ ਹੀ ਗਿਆ, ਇਮੋਰਲ ਵੀ ਆਪਣੇ ਸਮਾਜ ਨੇ ਬਾਈ ਦੀ ਫਲੈਕਸ ਆਫ ਟਾਈਮ ਉਹਨੂੰ ਐਕਸੈਪਟ ਕਰ ਲਿਆ। ਹਾਲਾਂਕਿ ਹਿੰਦੂ ਧਰਮ ਜਾਂ ਸਿੱਖ ਧਰਮ 'ਚ ਕੋਈ ਐਸੀ ਬੰਦਿਸ਼ ਨਹੀਂ ਸੀ, ਚਲੋ ਕਰ ਲਿਆ, ਅੱਛੀ ਪ੍ਰੋਗਰੈਸਿਵ ਲਾਅ ਹੈ। ਉਸੇ ਪਾਸੇ ਹੁਣ ਜੇ ਤੁਸੀਂ ਦੇਖੋ ਤਾਂ ਮੁਸਲਿਮ ਨੂੰ ਹਲੇ ਵੀ 4 ਸ਼ਾਦੀਆਂ ਕਰਨ ਦਾ ਰਾਈਟ ਹੈ। ਹੁਣ ਜਿਹੜੀ ਚੀਜ਼ ਹਿੰਦੂਆਂ ਲਈ ਇਮੋਰਲ ਹੋ ਗਈ ਉਹ ਮੁਸਲਮਾਨਾਂ ਲਈ ਇਮੋਰਲ ਹੈ ਜੀ। ਮੈਂ ਕਹਿੰਦਾ ਮੁਸਲਮਾਨਾਂ ਨੂੰ ਵੀ ਛੱਡੋ। ਆਪਾਂ ਪੁਰਾਣੇ ਹਿੰਦੂ ਧਰਮ ਗ੍ਰੰਥਾਂ ਦੇ ਮੁਤਾਬਿਕ, ਹੁਣ ਮੈਂ ਰੀਜਨ ਟੂ ਰੀਜਨ ਦੀ ਗੱਲ ਕਰਦਾ, ਜੇ ਆਪਾਂ ਪੁਰਾਣੇ ਹਿੰਦੂ ਧਰਮ ਗ੍ਰੰਥਾਂ ਮੁਤਾਬਿਕ ਚੱਲੀਏ, ਰਮਾਇਣ ਦੇ ਵਿੱਚ ਭਾਬੀ ਨੂੰ, ਬੜੇ ਬ੍ਰਦਰ ਦੀ ਵਾਈਫ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਜੀ। ਜਦੋਂ ਮਾਤਾ ਸੀਤਾ ਦਾ ਅਪਹਰਨ ਵੀ ਹੋ ਗਿਆ, ਲਕਸ਼ਮਣ ਨੇ ਕਿਹਾ ਜੀ ਮੈਂ ਤਾਂ ਪੰਜੇ ਪਛਾਣਦਾ, ਮੈਂ ਤਾਂ ਇਸ ਤੋਂ ਉੱਪਰ ਦੇਖਿਆ ਹੀ ਨਹੀਂ। ਸਾਰੇ ਹਿੰਦੂ ਧਰਮ 'ਚ 80% ਮੋਸਟਲੀ ਮਾਂ ਦਾ ਹੀ ਦਰਜਾ ਦਿੰਦੇ ਜੀ ਬੜੀ ਭਾਬੀ ਨੂੰ। ਪਰ ਹੁਣ ਰੀਜਨ ਦਾ ਫਰਕ ਹੈ ਜੀ। ਜਿਹੜਾ ਪੰਜਾਬ ਹਰਿਆਣਾ ਦਾ ਰੀਜਨ ਹੈ, ਜਮਨਾ ਤੋਂ ਲੈ ਕੇ ਸਤਲੁਜ, ਬਿਆਸ, ਰਾਵੀ, ਚਨਾਬ ਤੱਕ ਦਾ, ਪੁਰਾਣੇ ਜੁਆਇੰਟ ਪੰਜਾਬ, ਹਰਿਆਣਾ, ਹਿਮਾਚਲ ਜੀ ਔਰ ਵੈਸਟਰਨ ਉੱਤਰ ਪ੍ਰਦੇਸ਼, ਨਾਰਦਰਨ ਰਾਜਸਥਾਨ, ਜੀ, ਇਹ ਪ੍ਰੀਡੋਮੀਨੈਂਟਲੀ ਐਗਰੀਕਲਚਰਲ ਇਲਾਕਾ ਹੈ, ਪੀਜੈਂਟਰੀ ਹੈ ਇੱਥੇ ਜੀ। ਠੀਕ ਹੈ। ਹੁਣ ਇੱਥੇ ਕੀ ਹੈ, ਇੱਥੇ ਭਾਬੀ ਦੇਵਰ ਦਾ ਮਜ਼ਾਕ ਵਾਲਾ ਰਿਸ਼ਤਾ ਹੈ। ਔਰ ਬੜੀ ਭਾਬੀ ਦੀ ਸਪੋਜ਼ ਜੇ ਬੜੇ ਭਰਾ ਦੀ ਡੈਥ ਹੋ ਜਾਏ, ਭਾਬੀ ਦੇ 2 ਬੱਚੇ ਵੀ ਹੈ, ਦਿਓਰ ਵਿਆਹਣ ਲਾਇਕ ਹੈ, ਉਹਦੇ ਨਾਲ ਵਿਆਹ ਕਰ ਦਿੰਦੇ, ਉਹਨੂੰ ਚਾਦਰ ਚੜਾਉਣਾ, ਚਾਦਰ ਪਾਉਣਾ ਕਹਿੰਦੇ ਆ। ਬਿਲਕੁਲ। ਇਹ ਸਾਰੀ ਬ੍ਰਾਹਮਣਾਂ 'ਚ, ਖੱਤਰੀਆਂ 'ਚ, ਵੈਸ਼ਿਆਂ 'ਚ, ਛੂਟ ਕਾਸਟ ਸਭ ਦੇ ਵਿੱਚ ਇਹ ਲਾਗੂ ਹੈ ਜੀ। ਹੁਣ ਇੱਥੇ ਜਿਹੜੀ ਹੈ ਮੋਰੈਲਿਟੀ ਦਾ ਕੰਸੈਪਟ ਬਦਲ ਗਿਆ। ਹਿੰਦੂ ਦਾ ਆਪਾਂ ਵੀ ਹੈਗੇ ਹਾਂ ਜੀ। ਹਰਿਆਣੇ 'ਚ ਇਹਨੂੰ ਕਰੇਵਾ ਕਰਨਾ ਕਹਿ ਦਿੰਦੇ ਆ। ਤਾਂ ਇਹ ਮੋਰੈਲਿਟੀ ਜਿਹੜੀ ਹੈ ਇਹਨੂੰ ਤੁਸੀਂ ਡਿਫਾਈਨ ਨਹੀਂ ਕਰ ਸਕਦੇ। ਰੀਜਨ ਟੂ ਰੀਜਨ, ਰੀਜਨ ਟੂ ਰੀਜਨ ਇਹ ਚੇਂਜ ਹੁੰਦੀ ਹੈ ਜੀ। ਇਹਦਾ ਲਾਅ ਦੇ ਨਾਲ ਕੋਈ ਤਾਲੁਕ ਨਹੀਂ ਹੈ। बिल्कुल। कहते हैं असूलों पे जहाँ आँच आए टकराना ज़रूरी है, जो ज़िंदा हो तो फिर नज़र आना ज़रूरी है। नई पीढ़ी के खुद मुख्तियारों को कौन समझाए कि कहाँ से बच के चलना है और कहाँ जाना ज़रूरी है। दरअसल ਜਦੋਂ ਇੱਜ਼ਤ ਦਾ ਜਾਮਾ ਪਾ ਕੇ ਅਸੀਂ ਲੋਕ ਸਫੈਦ ਪੋਸ਼ ਹੋ ਜਾਂਦੇ ਹਾਂ ਤਾਂ ਕਿਤੇ ਨਾ ਕਿਤੇ ਇਸ ਤਰੀਕੇ ਦੇ ਐਕਟਸ ਨੂੰ ਕਰਦੇ ਹਾਂ। ਜਦੋਂ ਕੋਈ ਬੰਦਾ ਸਪੌਟ ਕਰ ਲਿੱਤਾ ਜਾਂਦਾ ਹੈ ਤਾਂ ਉੱਥੇ ਉਹਨਾਂ ਨੂੰ ਬੁਰੇ ਤਰੀਕੇ ਨਾਲ ਟਰੋਲ ਵੀ ਕੀਤਾ ਜਾਂਦਾ, ਉਹਨਾਂ ਤੋਂ ਪੈਸੇ ਵੀ ਏਟੇ ਜਾਂਦੇ ਨੇ। ਹਾਲਾਂਕਿ ਇਹ ਲਾਅ ਕੋਈ ਹੁੰਦਾ ਹੀ ਨਹੀਂ ਹੈ, ਨਾ ਤਾਂ ਪੁਲਿਸ ਉਸ ਤਰ੍ਹਾਂ ਰਿਐਕਟ ਕਰ ਸਕਦੀ ਹੈ ਤੇ ਬੰਦਾ ਆਪਣੀ ਇੱਜ਼ਤ ਬਚਾਉਣ ਲਈ ਉਹ ਪੈਸੇ ਦੇ ਦਿੰਦਾ ਹੈ। ਸੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਕਿਹੜੇ ਕੇਸਿਸ ਵਿੱਚੋਂ ਦਰਗੁਜ਼ਰ ਹੋਏ ਜੋ ਇਸ ਬੁੱਕ ਦਾ ਵੀ ਹਿੱਸਾ ਨੇ? ਮੈਂ ਹੁਣ ਤੁਹਾਨੂੰ ਮੈਂ ਦੱਸਦਾ ਜੀ ਰਨਅਵੇ ਕਪਲਸ ਦੇ ਬਾਰੇ। ਜੀ। ਮੁੰਡਾ ਕੁੜੀ ਪਿਆਰ ਹੋ ਗਿਆ, ਇਲੋਪ ਕਰ ਗਏ। ਹੁਣ ਉਹਦੇ 'ਚ ਵੀ ਬੜੇ, ਮੈਂ ਤਾਂ ਕਹੂੰਗਾ ਵੀ ਬੜਾ ਹੀ ਹਜ਼ਾਰਾਂ ਲੱਖਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਇਹਦੇ 'ਚ ਖਰਾਬ ਹੋ ਜਾਂਦੀਆਂ ਜੀ। ਹੁਣ ਪਿਆਰ ਕਰਨ ਵੇਲੇ ਹੋਏ ਤਾਂ ਦੇਖਦਾ ਵੀ 18 ਸਾਲ ਤੋਂ ਲੜਕੀ ਨੀਚੇ ਕਿ ਨਹੀਂ, ਭੱਜ ਗਏ, ਇਲੋਪ ਕਰ ਗਏ, ਆਮ ਭਾਸ਼ਾ ਕਹਿੰਦੇ ਭੱਜ ਗਏ। ਉਸ ਤੋਂ ਬਾਅਦ ਪੈਸੇ ਪੂਸੇ ਖਤਮ ਹੋ ਜਾਂਦੇ ਆ, ਕਰਦੇ ਆ। ਅੱਛਾ, ਜਦੋਂ ਪੜਦੇ ਨੇ ਲੜਕੀ ਦੇ ਪਰਿਵਾਰ ਵਾਲੇ 366 366 376 'ਚ ਪਰਚਾ ਦਰਜ ਕਰਵਾ ਦਿੰਦੇ ਜੀ ਕਿ ਜੀ ਮੁੰਡਾ ਸਾਡੀ ਕੁੜੀ ਨੂੰ ਲੈ ਕੇ ਭੱਜ ਗਿਆ। ਇਹ ਬੜੀਆਂ ਭਿਅੰਕਰ ਸੈਕਸ਼ਨ ਨਹੀਂ ਹੈ ਜੀ। 5 ਤੋਂ 10 ਸਾਲ ਤੱਕ ਦੀ ਸਜ਼ਾ ਔਰ ਉਮਰ ਤੱਕ ਕੈਦ ਤੱਕ ਦੀ ਸਜ਼ਾ। ਉਹ ਜਦੋਂ ਪੁਲਿਸ ਉਹਨਾਂ ਨੂੰ ਪਕੜ ਲੈਂਦੀ ਹੈ, ਉਹ ਆ ਕੇ ਮੈਜਿਸਟਰੇਟ ਦੇ ਮੂਹਰੇ ਪੇਸ਼ ਕਰਦੇ ਆ। 164 CRPC ਦੇ ਵਿੱਚ ਉਹ ਬਿਆਨ ਦਿੰਦੇ ਜੀ ਅਸਾਂ ਵਿਆਹ ਕਰ ਲਿਆ। ਹੁਣ ਪ੍ਰੈਸ਼ਰ ਇੰਨਾ ਹੁੰਦਾ ਸਮਾਜ ਦਾ ਤੇ ਹੋਰ ਦਾ, ਉਹ ਬਿਆਨ ਦੇਣ ਦੇ ਬਾਵਜੂਦ ਵੀ ਮੁੰਡਿਆਂ ਨੂੰ ਅੰਦਰ ਕਰ ਦਿੰਦੇ ਆ ਜੀ। ਮੁੰਡਿਆਂ ਦੀਆਂ 2-2 ਮਹੀਨੇ ਜ਼ਮਾਨਤਾਂ ਨਹੀਂ ਹੁੰਦੀਆਂ ਜੀ। ਫਿਰ ਕੋਈ ਰਾਜੀਨਾਮੇ ਦੀ ਉਹਦੀ ਗੱਲ ਚੱਲਦੀ ਹੈ ਤਾਂ ਕਿਤੇ ਜਾ ਕੇ ਫਿਰ ਵੀ ਸੈਂਕੜੇ ਬੰਦਿਆਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਜੀ। ਜੇ ਕਿਤੇ ਕੁੜੀ 18 ਸਾਲ ਤੋਂ ਨੀਚੇ ਹੋ ਗਏ ਫਿਰ ਤਾਂ ਪੱਠਾ ਬੈਠਾ ਹੀ ਬੈਠਾ ਜੀ। ਫਿਰ ਤਾਂ ਉਹਦੀ, ਕਿਉਂਕਿ 18 ਸਾਲ ਤੋਂ ਨੀਚੇ ਕੰਸੈਂਟ ਮੈਨੇ ਨਹੀਂ ਰੱਖਦੀ ਤੇ ਇਸੇ ਗੱਲ ਦਾ ਮਤਲਬ ਫਾਇਦਾ ਉਠਾਉਂਦੇ ਆ ਜੀ। ਤੇ ਕੰਸੈਂਟ ਨਾ ਹੋਣ ਕਰਕੇ ਰੇਪ ਦਾ ਪਰਚਾ ਦਰਜ ਗਿਆ ਜੀ। ਉਮਰ ਕੈਦ ਦੀ ਜ਼ਮਾਨਤ ਹੀ ਨਹੀਂ ਹੁੰਦੀ। ਹੁਣ ਇੱਥੇ ਡੱਬਲ ਹੀ ਮੈਂ ਜਦੋਂ ਸੀਗਾ ਪੋਸਟਡ, ਮੈਂ 97 ਤੋਂ 2000 ਤੱਕ ਉੱਥੇ ਰਿਹਾ, ਮਈ 97 ਤੋਂ ਮਈ 2000। ਤਾਂ ਉੱਥੇ ਹਰਿਆਣੇ 'ਚ ਕਾਸਟ ਸਿਸਟਮ ਕੋਈ ਜ਼ਿਆਦਾ ਹੈਗਾ ਥੋੜ੍ਹਾ ਜਿਹਾ। ਉੱਥੇ ਖਾਪ ਪੰਚਾਇਤਾਂ, ਆਪਣੇ ਪੰਜਾਬ 'ਚ ਨਹੀਂ ਹੈ। ਪੰਜਾਬ ਤਾਂ ਪਿੰਡ ਪੰਚਾਇਤਾਂ, ਉੱਥੇ ਖਾਪ ਪੰਚਾਇਤਾਂ। ਖਾਪ ਪੰਚਾਇਤ ਮੀਨਸ ਕਾਸਟ ਬੇਸਡ ਪੰਚਾਇਤ। ਉਹਦੇ 'ਚ ਉਹਨਾਂ ਨੇ ਮਤਲਬ ਹਿੰਦੂ ਮੈਰਿਜ ਐਕਟ ਇਹ ਛੱਡੇ ਹੋਏ ਵੀ ਪ੍ਰੋਹੀਬਿਟਡ ਡਿਗਰੀ ਰਿਲੇਸ਼ਨਸ਼ਿਪ ਹੈ। ਮਾਮੇ ਦੇ ਮੁੰਡੇ ਨਾਲ, ਚਾਚੇ ਦੇ ਮੁੰਡੇ ਨਾਲ, ਤਾਏ ਦੇ ਮੁੰਡੇ ਨਾਲ ਵਿਆਹ ਨਹੀਂ ਕਰ ਸਕਦੇ, ਕਜ਼ਨ ਦੇ ਭਰਾ ਹੈ ਜਾਂ ਸਪਿੰਡਾ ਰਿਲੇਸ਼ਨ ਸੀ ਹੈ। 5 ਜਿਹੜੀਆਂ ਪੀੜ੍ਹੀਆਂ ਬਾਪ ਦੀਆਂ ਛੱਡ ਦਿਓ, 3 ਮਾਂ ਦੀਆਂ ਛੱਡ ਦਿਓ। ਉਹ ਖਾਪ ਪੰਚਾਇਤਾਂ ਨੇ ਉੱਥੇ ਆਪਣੀ ਰੂਲ ਬਣਾ ਰੱਖੇ ਹੈ।
ਜੀ ਵੀ ਇੱਕ ਪਿੰਡ 'ਚ ਰਹਿਣ ਵਾਲੇ ਸਾਰੇ ਮੁੰਡੇ ਕੁੜੀਆਂ ਭੈਣ ਭਰਾ ਹੈ, ਜਾਂ ਇਹ ਦਈਆ ਪੰਚਾਇਤ ਹੈ, ਚਟਾਲਾ ਪੰਚਾਇਤ ਹੈ, ਫਲਾਣਾ ਪੰਚਾਇਤ ਹੈ, ਇਹਦੇ ਨਾਲ ਨਹੀਂ ਹੋ ਸਕਦਾ। ਦਾਦਾ ਦਾਦੀ ਦੇ ਵੀ ਗੋਤ ਛੱਡ ਦਿਓ ਜੀ, ਨਾਨਾ ਨਾਨੀ, ਉਹ ਐਕਸਟਰਾ ਕੌਂਸਟੀਟਿਊਸ਼ਨਲ ਅਥਾਰਟੀਜ਼ ਹੈ। ਅਤੇ ਹੁਣ ਪਿਆਰ ਤਾਂ ਪਿਆਰ ਹੈ ਜੀ, ਪਿਆਰ ਤਾਂ ਇੱਕ ਨੈਚੁਰਲ ਨਸਰਗਿਕ ਚੀਜ਼ ਹੈਗੀ ਹੈ। ਜੀ ਹੋ ਗਿਆ ਅਤੇ ਭੱਜ ਗਏ ਤਾਂ ਉਹਨਾਂ ਨੂੰ ਪਕੜ ਲੈਂਦੇ ਆ, ਤਾਂ ਆ ਕੇ ਫਿਰ ਖਾ ਪੰਚਾਇਤਾਂ ਦਾ ਉਹ ਫਿਰ ਓਨਰ ਕਿਲਿੰਗਸ ਹੁੰਦੀਆਂ ਜਦੋਂ ਪਕੜ ਲੈਂਦੇ ਆ। ਜੀ ਤਾਂ ਇੱਦਾਂ ਦਾ ਇੱਕ ਕਿੱਸਾ ਹੋਇਆ ਡੱਬ ਵਾਲੀ, ਉੱਥੇ ਯਾਦਵ ਇੱਕ ਕਾਸਟ ਹੈਗੀ ਹੈ ਅਤੇ ਇੱਕ ਬਿਸ਼ਨੋਈ ਕਾਸਟ ਹੈਗੀ ਹੈ। ਜੀ ਬਿਸ਼ਨੋਈ ਸੋਸ਼ਲ ਸਟੇਟਸ 'ਚ ਆਪਣੇ ਆਪ ਨੂੰ ਉੱਪਰ ਕਹਿੰਦੇ ਆ ਅਤੇ ਯਾਦਵ ਆਪਣੇ ਆਪ ਨੂੰ ਉੱਪਰ ਕਹਿੰਦੇ ਆ। ਆਪਾਂ ਇਸ ਕੰਟਰੋਵਰਸੀ ਨਾ ਜਾਂਦੇ ਹੋਇਆ ਵੀ ਉੱਥੇ ਯਾਦਵ ਹੈੱਡ ਕੌਂਸਲ ਸੀਗਾ, ਉਹਦੀ ਕੁੜੀ ਦਾ ਕੋਈ ਲਾਗੇ ਪਿੰਡ ਸੀਗਾ 20 ਕਿਲੋਮੀਟਰ, ਉਹਦਾ ਸਰਪੰਚ ਸੀ ਬਿਸ਼ਨੋਈ, ਉਹਦੇ ਮੁੰਡੇ ਦੇ ਨਾਲ ਉਹਨੂੰ ਪਿਆਰ ਹੋ ਗਿਆ ਅਤੇ ਉਹ ਭੱਜ ਗਏ। ਹੁਣ ਉਹ ਹੈੱਡ ਕਾਂਸਟੇਬਲ ਨੇ ਕਿਹਾ ਵੀ ਇਹ ਤਾਂ ਯਾਰ ਯਾਦਵਾਂ 'ਤੇ ਕਲੰਕ ਆ ਗਿਆ, ਅਤੇ ਉਹ ਕਾਫੀ ਪਰਚਾ ਦਰਜ ਉਵੇਂ ਕਰਵਾਤਾ ਜੀ 366 366 376 ਦਾ। ਅਤੇ ਉਹ 25 ਕੁ ਦਿਨਾਂ ਬਾਅਦ ਸ਼੍ਰੀ ਗੰਗਾ ਨਗਰ ਉੱਥੋਂ 110 ਕਿਲੋਮੀਟਰ ਉੱਥੋਂ ਕਿਸੇ ਹੋਟਲ 'ਚੋਂ ਫੜ ਲਏ, ਹਾਂਜੀ ਆ ਕੇ ਪੇਸ਼ ਕਰਤੇ। ਅੱਛਾ, ਹੁਣ ਜੱਜਿਸ ਦੇ ਵੀ, ਕਿਉਂਕਿ ਜੱਜ ਨੇ ਕਾਨੂੰਨ ਮੁਤਾਬਕ ਚੱਲਣਾ, ਤੁਸੀਂ ਡਿਸਕ੍ਰਿਸ਼ਨ ਤਾਂ ਆਪਣੀ ਤਾਂ ਚਲਾ ਨਹੀਂ ਸਕਦੇ, ਇਹ ਕਾਨੂੰਨ ਦਾ ਪ੍ਰੋਸੀਜਰ ਹੈ, ਉਹੀ ਫੋਲੋ ਕਰਨਾ ਪਊਗਾ। ਬਿਲਕੁਲ। ਤਾਂ ਯਾਦਵ ਸੀਗਾ ASI, ਉਹ ਅੱਗੇ ਉਹਨਾਂ ਨੇ ਜੀ ਰਿਮਾਂਡ ਦੀ ਕਰਤੀ ਕਿ ਜੀ 7 ਦਿਨ ਦਾ ਪੁਲਿਸ ਰਿਮਾਂਡ ਦਿਓ, ਇਹ ਮੁੰਡਾ ਜੀ ਕੁੜੀ ਦੇ ਨੂੰ ਬਹਿਕਾ ਕੇ ਗਹਿਣੇ ਲੈ ਗਿਆ ਜੀ, ਫਲਾਣਾ ਲੈ ਗਿਆ ਜੀ, ਰਿਕਵਰੀ ਕਰਨੀ ਹੈ। ਐਂ ਪਰਪਸ ਸੀਗਾ ਵੀ ਕੁੱਟਾਂ ਕਾਟਾਂਗੇ ਅਤੇ ਉਹਨੂੰ 3rd ਡਿਗਰੀ ਦੇਵਾਂਗੇ। ਤਾਂ ਮੈਂ ਉਹ 'ਤੇ ਸਰਕਾਰੀ ਵਕੀਲ ਇਹ ਮੰਗ ਰਿਹਾ ਜੀ, ਉਹਨਾਂ ਦਾ ਵਕੀਲ ਜਿਹੜਾ ਡਿਫੈਂਸ ਕਾਊਂਸਲ ਸੀ ਕਹਿੰਦਾ ਨਹੀਂ ਸਰ, ਇਹ ਤਾਂ ਆਪਣੀ ਮਰਜ਼ੀ ਨਾਲ ਗਈ ਸੀ ਜੀ, 164 ਦੇ ਬਿਆਨ ਵੀ ਅਸੀਂ ਕਰਵਾਉਣੇ ਆ ਜੀ। ਅਤੇ ਮੈਂ ਕਿਹਾ ਵੀ 164 ਦੇ ਬਿਆਨ ਤਾਂ ਕਹਿੰਦਾ ਜੀ ਮਾਈਨਰ ਲੜਕੀ ਕਹਿੰਦੀ ਨਾ ਜੀ ਮੈਂ ਮਾਈਨਰ ਨਹੀਂ ਹੈ ਜੀ, ਮੈਂ ਤਾਂ ਮੇਜਰ ਹਾਂ, ਮੇਰੇ ਤਾਂ ਉਮਰ 19 ਸਾਲ ਹੈ ਜੀ। ਭਾਈ ਤੇਰੇ ਕੋਲੇ ਕੀ ਸਬੂਤ ਹੈ? ਉਹਦੇ ਕੋਲੇ ਮੈਟ੍ਰਿਕੂਲੇਸ਼ਨ ਸਰਟੀਫਿਕੇਟ ਨਾਲ ਹੀ ਲੈ ਕੇ ਗਈ ਸੀਗੀ ਜੀ। ਉਹਨੇ ਮੈਨੂੰ ਦਿਖਾਇਆ ਅਤੇ ਇਹ ਤਾਂ ਠੀਕ ਹੈ, ਚਲੋ ਇੱਕ ਤਾਂ ਟੰਟਾ ਮੁੱਕਿਆ ਵੀ 18 ਸਾਲ ਤੋਂ ਉੱਪਰ ਹੈ। ਅਤੇ ਇੰਨੀ ਦੇਰ ਦੇ ਵਿੱਚ ਉਹਦੇ ਲੜਕੀ ਦੇ ਮਾਂ-ਬਾਪ ਵੀ ਆ ਗਏ, ਹੋਰ ਉਹੀ ਸੋਸ਼ਲ ਪ੍ਰੈਸ਼ਰ ਵਾਲਾ ਸਿਸਟਮ, ਵਿਚਾਰੀ ਭਰ ਗਈ ਜੀ। ਉਹ ਮੈਨੂੰ ਕਹੇ ਜੀ ਤੁਸੀਂ ਛੱਡੋ ਸਰ, ਜੱਜ ਸਾਹਿਬ ਤੁਸੀਂ ਰਿਮਾਂਡ ਦਿਓ ਜੀ, ਮੈਂ ਸਾਰਾ ਉਗਲਵਾ ਲੂੰਗਾ। ਉਹ ਲੜਕੀ ਕਹੇ ਜੱਜ ਸਾਹਿਬ ਮੇਰੀ ਗੱਲ ਸੁਣ ਲਓ ਜੀ, ਇੱਦਾਂ ਹੱਥ ਜੋੜ ਕੇ। ਮੈਂ ਬੇਟਾ ਤੂੰ ਕੀ ਕਹਿਣਾ? ਕਹਿੰਦੀ ਜੀ ਮੈਂ ਆਪਣੀ ਮਰਜ਼ੀ ਨਾਲ ਗਈ ਹਾਂ, ਮੈਂ ਮੇਜਰ ਹਾਂ, ਮੈਨੂੰ ਪਿਆਰ ਸੀ ਇਹਦੇ ਨਾਲ, ਅਸੀਂ ਵਿਆਹ ਕਰਾਇਆ ਜੀ, ਆ ਫੋਟੋਆਂ ਹੈਗੀਆਂ ਜੀ ਸਾਡੀ ਆਰੀਆ ਸਮਾਜ ਮੰਦਿਰ ਦੀਆਂ। ਅੱਛਾ, ਤਾਂ ਹੁਣ ਮੈਨੂੰ ਦਿਖ ਹੀ ਰਿਹਾ ਸੀਗਾ ਓਬਵੀਅਸਲੀ, ਔਰ ਵੀ ਇਹ ਹਜ਼ਾਰਾਂ ਮੁੰਡਿਆਂ ਦਾ ਮੈਂ ਨਹੀਂ ਬਚਾ ਸਕਦਾ, ਇੱਕ ਨੌਜਵਾਨ ਤਾਂ ਦੇਖਾਂ ਜਿਹੜਾ ਮੇਰੇ ਸਾਹਮਣੇ ਜਾ ਰਿਹਾ ਔਰ ਮੇਰੀ ਹੋਈ ਕੋਰਟ 'ਚ ਹੈ। ਬਿਲਕੁਲ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੇਰੀ ਬੇਟਾ ਗੱਲ ਠੀਕ ਹੋ ਸਕਦੀ ਹੈ। ਉਹਨੂੰ ਕਿਹਾ ਵੀ ਤੂੰ ਤਾਂ ਇਹਨੂੰ ਲੈ ਗਿਆ ਕਾਕਾ ਭਜਾ ਕੇ, ਤੇਰੇ ਮਾਂ-ਬਾਪ ਤੋਂ ਦੱਸ ਰਹੇ, ਜਿਵੇਂ ਸਰਪੰਚ ਹੈ ਤੇਰਾ, ਡਿਫੈਂਸ ਕਾਊਂਸਲ ਦੱਸ ਰਿਹਾ ਵੀ ਉਹ ਇਹ ਸ਼ਾਦੀ ਨੂੰ ਮੰਨਣਗੇ? ਕਹਿੰਦਾ ਹਾਂ ਜੀ ਮੰਨਣਗੇ, ਉਹਨਾਂ ਨੂੰ ਬੁਲਾ ਲਓ। ਮੈਂ ਕਿਹਾ ਚਲੋ ਵੀ ਉਹਨੂੰ ਲੰਚ ਤੋਂ ਬਾਅਦ ਰੱਖਦੇ ਹਾਂ, ਤੁਸੀਂ ਬੁਲਾ ਲਓ। 20 ਕਿਲੋਮੀਟਰ ਦੂਰ ਪਿੰਡ ਸੀ, ਉਹ ਡਿਫੈਂਸ ਕਾਊਂਸਲ ਨੇ ਪਹਿਲਾਂ ਹੀ ਇੰਟੀਮੇਸ਼ਨ ਦਿੱਤੀ ਸੀ ਜੀ। ਅਤੇ ਉਹ ਲੰਚ ਤੋਂ ਫੌਰਨ ਬਾਅਦ ਜਦੋਂ ਮੈਂ 2 ਵਜੇ ਬੈਠਿਆ ਅਤੇ ਉਹ ਖੜ੍ਹੇ ਸੀ ਉਹਨਾਂ ਦੇ ਮਾਂ-ਬਾਪ, ਅਤੇ ਇੱਧਰੋਂ ਉਹ ਕੁੜੀ ਦੇ ਵੀ ਸਾਰੇ ਮਾਂ-ਬਾਪ, ਭਰਾ ਭਾਬੀ ਸਾਰੇ ਆ ਗਏ ਸੀਗੇ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਤੁਹਾਡਾ ਮੁੰਡਾ ਇਹਨੂੰ ਲੈ ਗਿਆ ਅਤੇ ਇਹ ਕਹਿੰਦਾ ਅਸੀਂ ਵਿਆਹ ਕਰ ਲਿਆ, ਅਤੇ ਤੁਸੀਂ ਇਹਨੂੰ ਵਿਆਹ ਨੂੰ ਰਿਕੋਗਨਾਈਜ਼ ਕਰਦੇ ਹੋ? ਕਹਿੰਦੇ ਜੀ ਮੈਨੂੰ ਤਾਂ ਕੋਈ ਦਿੱਕਤ ਨਹੀਂ। ਮੈਂ ਕਿਹਾ ਨਹੀਂ ਤੁਹਾਨੂੰ ਦਿੱਕਤ ਨਹੀਂ ਆ, ਤੁਹਾਡੀ ਵਾਈਫ ਹੈ, ਸੱਸ ਹੈ ਇਹ। ਮੈਂ ਕਿਹਾ ਤੁਸੀਂ ਦੱਸੋ ਤਾਈ ਕਹਿ ਦਿੰਦੇ ਆ ਉੱਥੇ, ਹੈ ਤੁਸੀਂ ਦੱਸੋ ਤਾਈ ਇਹਨੂੰ ਕਰਦੇ ਹੋ? ਕਹਿੰਦੀ ਜੱਜ ਸਾਹਿਬ ਹੁਣ ਮੁੰਡੇ ਨੇ ਕਾਰਾ ਕਰਤਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈ। ਮੈਂ ਕਹਿੰਦੀ ਇਹ ਤਾਂ ਮਜਬੂਰੀ ਹੋ ਗਈ। ਕਹਿੰਦੇ ਨਹੀਂ ਜੀ ਕੋਈ ਮਜਬੂਰੀ ਨਹੀਂ ਹੈਗੀ, ਸਾਡਾ ਤਾਂ ਇਕੱਲਾ ਹੀ ਮੁੰਡਾ ਹੈਗਾ। ਅਤੇ ਮੈਂ ਕਿਹਾ ਫਿਰ ਕਹਿੰਦੇ ਜੀ ਅਸੀਂ ਇਹਦਾ ਵਿਆਹ ਕਰਾ ਦਾਂਗੇ ਅਤੇ ਸਾਨੂੰ 2-3 ਦਿਨ ਦਾ ਟਾਈਮ ਦਿਓ। ਮੈਂ ਕਿਹਾ 2-3 ਦਿਨ ਦਾ ਟਾਈਮ ਨਹੀਂ ਹੈ ਜੀ, 2-3 ਦਿਨ ਦਾ ਵਿੱਚ ਤਾਂ ਰਿਮਾਂਡ ਦੇਣਾ ਪਊਗਾ ਮੈਨੂੰ, ਉਨੀ ਦੇਰ ਤੱਕ ਮੈਂ ਜੁਡੀਸ਼ੀਅਲ ਥੋੜ੍ਹੀ ਭੇਜ ਸਕਦਾ ਰਿਮਾਂਡ ਦਾ। ਮੈਨੂੰ ਰਿਮਾਂਡ ਐਪਲੀਕੇਸ਼ਨ ਕਹਿੰਦੀ ਸਰ ਫਿਰ ਜੀ 4 ਵਜੇ ਤੱਕ ਦਾ ਟਾਈਮ ਦਿਓ ਜੀ, ਸਾਡੀ ਬਿਸ਼ਨੋਈ ਧਰਮਸ਼ਾਲਾ ਅਸੀਂ ਇੱਥੇ ਸਮਾਜ ਦੇ ਬੰਦੇ ਬੁਲਾ ਕੇ। ਬਈ ਚਲੋ ਠੀਕ ਹੈ। ਮੈਂ ਉਹਨਾਂ ਨੂੰ ਔਡਰ ਕਰਤਾ ਵੀ ਤੁਸੀਂ ਵਿਆਹ ਕਰਾਓ ਅਤੇ ਸਾਰੀ ਵੀਡੀਓ ਰਿਕਾਰਡਿੰਗ, ਉਹਦੀ ਫੋਟੋਜ਼ ਔਰ ਸਰਟੀਫਿਕੇਟ। ਇੰਨੀ ਦੇਰ 'ਚ ਉਹ ਕਹਿੰਦੇ ਜੀ ਤੁਸੀਂ ਜੱਜ ਸਾਹਿਬ ਸਾਡੇ ਨਾਲ ਧੱਕਾ ਕਰੀ ਜਾਂਦੇ ਹੋ। ਕੁੜੀ ਦਾ ਬਾਪ ਕਹਿੰਦਾ ਮੈਂ ਜੀ ਸਾਰੀ ਉਮਰ ਪੁਲਿਸ ਲਗਾ ਦੀ ਹੋਰ ਹੈ। ਮੈਂ ਕਿਹਾ ਵੀ ਤੁਹਾਡੀ ਕਹਿੰਦਾ ਜੀ ਸਾਨੂੰ ਗੱਲ ਕਰਨ ਦੀ ਇਜਾਜ਼ਤ ਦਿਓ। ਮੈਂ ਕਿਹਾ ਵੀ ਗੱਲ ਕਰ ਲਓ। ਕੁੜੀ ਕਹਿੰਦੀ ਮੈਂ ਨਹੀਂ ਜੀ ਗੱਲ ਕਰਨੀ ਇਹਨਾਂ ਨਾਲ। ਅਤੇ ਹੁਣ ਮੈਨੂੰ ਵੀ ਥੋੜ੍ਹਾ ਲੱਗਾ, ਮੈਂ ਕਿਹਾ ਬੇਟਾ ਤੇਰੇ ਮਾਂ ਬਾਪ ਹੈ, ਤੇਰੇ ਭਰਾ ਭਾਬੀ ਹੈ। ਕਹਿੰਦੀ ਜੀ ਇੱਦਾਂ ਹੈ ਮੈਂ ਭਾਬੀ ਦੇ ਨਾਲ ਗੱਲ ਕਰ ਲੂੰਗੀ। ਮੈਂ ਕਿਹਾ ਨਹੀਂ ਬੇਟਾ ਆਪਣੇ ਬਾਪ ਨਾਲ ਵੀ ਗੱਲ ਕਰ ਲੈ, ਕੋਈ ਗੱਲ ਨਹੀਂ, ਇਹ ਕਿਹੜਾ ਕੋਈ ਤੇਰੇ ਦੁਸ਼ਮਣ ਹੈ। ਕਹਿੰਦੀ ਫਿਰ ਇੱਕ ਸ਼ਰਤ ਹੈ ਜੱਜ ਸਾਹਿਬ, ਤੁਸੀਂ ਹੋਵੋਗੇ ਕਚਹਿਰੀ 'ਚ, ਤੁਹਾਡੀ ਪ੍ਰੈਜ਼ੈਂਸ ਕਰੂੰਗੀ। ਅੱਛਾ, ਮੈਂ ਚਲੋ ਵੀ ਬਾਕੀ ਵਕੀਲ ਲੋਕ ਸਾਰੇ ਤਮਾਸ਼ਬੀਨ ਬਾਹਰ ਜਾਓ,
ਤਾਂ ਮੈਂ ਸਰਕਾਰੀ ਵਕੀਲ ਨੂੰ ਵੀ ਖੜਾ ਲਿਆ, ਡਿਫੈਂਸ ਕਾਉਂਸਲ ਨੂੰ ਵੀ ਖੜਾ ਲਿਆ ਜੀ ਵੀ ਕੱਲ੍ਹ ਨੂੰ ਕਹਿ ਦੇਣ ਯਾਰ ਜੱਜ ਪ੍ਰੈਜੂਡਿਸ ਹੋ ਗਿਆ ਜਾਂ ਜੱਜ ਆਪਣੀ ਮਾਰੀ ਜਾਂਦਾ ਹੈ। ਤੇ ਮੇਰਾ ਰੀਡਰ ਵੀ ਬੈਠਾ ਸੀ, ਮੈਂ ਵੀ ਕਰ ਲਓ ਵੀ ਗੱਲਬਾਤ। ਉਹਦੀ ਭਾਬੀ ਨੇ ਕੋਨੇ 'ਚ ਜਾ ਕੇ ਗੱਲ ਕੀਤੀ, 1.5 ਮਿੰਟ ਬਾਅਦ ਐਂ ਕਰਦੀ, ਕਹਿੰਦੀ ਨਹੀਂ ਮੈਂ ਨਹੀਂ ਜਾਣਾ। ਉਹਦਾ ਬਾਪ ਕਹਿੰਦੀ ਬਾਪੂ तेरे से तो बात ही नहीं करनी। कहना देख लो जी जज साहब। मैं कहा भी देख लो क्या है, तुम्हारी बिटिया तो तेरे से बात नहीं कर रही है। कहता जी ये चोरी करके लेगी जी, मैंने 379 भी लगाई है जी और पर्चा दर्ज है जी, इससे रिकवरी करनी है सारी। मैं क्या कितने की ज्वेलरी? कहता जी सारी ज्वेलरी लेगी। वो कहती बापू क्यों झूठ बोल रहा है, तेरे पल्ले है क्या, सस्पेंड तो तू चल रहा। बोली तेने ना मेरे पिछले बर्थडे पे एक अंगूठी दी थी, ये ले। उसके मुंह पे मारी अंगूठी। ओह कचहरी में ਜੀ ਪ੍ਰੋਸਟੀਟਿਊਸ਼ਨ ਦੀ ਗੱਲ ਕਰੀਏ, ਜਿਹੜਾ ਜਿਸਮ ਫਰੋਸ਼ੀ ਦਾ ਧੰਦਾ ਹੈ ਉਹ ਲੀਗਲ ਹੈ ਤੇ ਇਸ ਤੋਂ ਉਲਟ ਜੇ ਅਸੀਂ ਗੱਲ ਕਰੀਏ ਕਿ ਸਮਾਜ ਦੀ ਗੱਲ ਕਰੀਏ ਤਾਂ ਸ਼ਾਇਦ ਸਮਾਜ ਇਸ ਨੂੰ ਕਿਤੇ ਵੀ ਸਮਾਜ ਦੀ ਕਸੌਟੀ ਤੇ ਜਿਹੜਾ ਹੈ ਉਹ ਖਰਾ ਨਹੀਂ ਉਤਰਦਾ ਕਿਤੇ ਵੀ। ਤੁਸੀਂ ਇਸ ਸਟੇਟਮੈਂਟ ਤੇ ਮੋਹਰ ਲਗਾਉਂਦੇ ਹੋ ਕਿ ਜੇਕਰ ਪ੍ਰੋਸਟੀਟਿਊਸ਼ਨ ਬੰਦ ਕਰ ਦਿੱਤਾ ਜਾਵੇ ਤਾਂ ਲੋਕ ਜਿਹੜੇ ਨੇ ਉਹ ਸੜਕ ਤੇ ਤੁਰੀਆਂ ਜਾਂਦੀਆਂ ਧੀਆਂ ਭੈਣਾਂ ਨੂੰ ਸ਼ਾਇਦ ਅਗਵਾ ਕਰ ਲਿਆ ਕਰਨਗੇ। ਸੋ ਇਸ ਮੁਤਲਕ ਮੈਂ ਵੈਸੇ ਕਿਤਾਬ ਦੇ ਹਵਾਲੇ ਨਾਲ ਗੱਲ ਕਰਾਂ, ਤੁਹਾਡੀ ਰਿਸਰਚ ਕੀ ਕਹਿੰਦੀ ਹੈ ਔਰ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ? ਤੁਹਾਡੀ ਗੱਲ ਮੈਨੂੰ 99% ਬਿਲਕੁਲ ਠੀਕ ਹੈ। 1% ਮੈਂ ਥੋੜ੍ਹਾ ਜਿਹਾ ਇਹ ਕਹੂੰਗਾ ਬਈ ਪ੍ਰੋਸਟੀਟਿਊਸ਼ਨ ਹਲੇ ਲੀਗਲ ਨਹੀਂ ਹੋਇਆ ਹੈ ਜੀ। ਲੀਗਲ ਉਦੋਂ ਹੋਊਗਾ ਜਦੋਂ ਪਾਰਲੀਮੈਂਟ ਐਕਟ ਪਾਸ ਕਰੂਗੀ, ਪਰ ਇਹ ਇਲੀਗਲ ਵੀ ਨਹੀਂ ਹੈਗਾ। there is a difference, one thing is legal, one thing is not illegal। ਫਿਰ ਜਾਂ ਤਾਂ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਚੀਜ਼ ਨਹੀਂ ਹੁੰਦੀ ਹੈ। ਹੁਣ ਲਾਅ ਦੇ ਮਾਮਲੇ 'ਚ ਅਸੀਂ ਇਨ ਬਿਟਵੀਨ ਕਿਵੇਂ ਰਹਿ ਸਕਦੇ ਹਾਂ? ਇਹ ਇਨ ਬਿਟਵੀਨ ਰਹਿਣਾ ਹੀ ਪਊਗਾ। ਹੁਣ ਜਿਵੇਂ ਮੈਂ ਤੁਹਾਨੂੰ ਪੁੱਛਾਂ, ਹਰ ਚੀਜ਼ ਦਾ ਹਾਂ ਨਾ ਜਵਾਬ ਨਹੀਂ। ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ, ਮੈਡਮ ਕੀ ਤੁਸੀਂ ਹੁਣ ਚੋਰੀ ਕਰਨਾ ਛੱਡਤਾ? ਤੁਸੀਂ ਹਾਂ ਕਹੋ, ਇਹ ਤਾਂ ਮਤਲਬ ਤੁਸੀਂ ਪਹਿਲਾਂ ਚੋਰੀ ਕਰਦੇ ਸੀ। जी ना कहो मैं हुन भी चोरी करती हैं। ये तो गल हो गई कि अजीब मिजाज है मेरे महबूब का कि पत्थर भी मारते हैं गुलाबों में लपेट कर। ते इस गल दा जवाब दो तुसी हुन। हर चीज़ दा हाँ या ना च नहीं हुंदा जी। लीगल इस करके नहीं है, हले पार्लीमेंट ने एक्ट के द्वारा इहनूं लीगल डिक्लेयर नहीं किया जी, पर ये इलीगल इसलिए नहीं है। सुप्रीम कोर्ट ने टाइम एंड अगेन इहनूं कहा, मैंने अपनी किताब च भी लिखिਆ ਇਹਨੂੰ ਡੀਲ ਵੈਸਾ ਆਈਪੀਸੀ ਦੀਆਂ ਵੀ ਸੈਕਸ਼ਨ 270 ਹੈ 72 ਹੈ, ਉਹ 'ਚ ਡੈਫੀਨੇਸ਼ਨ ਨਹੀਂ ਹੈ। ਇਹਦੀ ਡੈਫੀਨੇਸ਼ਨ ਹੈ ਇਮੋਰਲ ਟ੍ਰੈਫਿਕ ਐਕਟ ਦੇ ਵਿੱਚ ਸੈਕਸ਼ਨ 2 'ਚ। ਐਗਜ਼ੈਕਟਲੀ ਜੀ। ਉਹ 'ਚ ਉਹਨਾਂ ਨੇ ਕਿਹਾ ਵੀ ਅਗਰ ਕੋਈ ਕਿਸੇ ਦਾ ਸੈਕਸੁਅਲ ਅਬਿਊਜ਼ ਕਰਦਾ ਹੈ ਫॉर ਮੋਨੇਟਰੀ ਗੇਨ, ਉਹ ਜੋ ਪੈਸੇ ਕਮਾਉਂਦਾ ਹੈ ਤਾਂ ਇਹ ਆਫੈਂਸ ਹੈ। ਮੀਨਿੰਗ ਦੇ ਰਵਾਈ ਵੀ ਜਿਹੜੇ ਪਿੰਪਸ ਹੈ ਜਿਹਨਾਂ ਨੂੰ ਆਪਾਂ ਆਮ ਭਾਸ਼ਾ ਦੱਲੇ ਕਹਿ ਦਿੰਦੇ ਹਾਂ, ਜਾਂ ਜਿਹੜੇ ਚਕਲਾ ਚਲਾਉਂਦੇ ਬਰੋਥਲਾ ਹਾਊਸ ਚਲਾਉਂਦੇ ਹੈ, ਪ੍ਰੋਸਟੀਚਿਊਟ ਕਹਿਣਾ ਵੀ ਗਲਤ ਹੈ, ਮੈਂ ਤਾਂ ਸੈਕਸ ਵਰਕਰ ਕਹੂੰਗਾ ਇਹਨਾਂ ਨੂੰ ਬੇਸਿਕਲੀ, ਜਿਹੜਾ ਡਿਗਨੀਫਾਈਡ ਹਰ ਬੰਦੇ ਦੀ ਆਪਣੀ ਡਿਗਨਿਟੀ ਹੈ। ਵੀ ਉਹ ਸੈਕਸ ਵਰਕਰ ਤੋਂ ਜੋ ਇੰਨਾ ਫਲੀਸ ਕਰਦੇ ਆ ਪੈਸੇ, ਉਹ ਦੈਟ ਇਜ਼ ਐਨ ਆਫੈਂਸ। ਉਹਦੇ ਲਈ ਚੰਗੀਆਂ ਸਜ਼ਾਵਾਂ 3 ਸਾਲ ਤੋਂ 7 ਸਾਲ 10 ਸਾਲ ਤੱਕ ਦੀਆਂ। ਪਰ ਅਗਰ ਇੱਕ ਸੈਕਸ ਵਰਕਰ ਆਪਣੀ ਮਰਜ਼ੀ ਨਾਲ ਪੈਸੇ ਲੈ ਕੇ ਆਪਣੀਆਂ ਸਰਵਿਸਿਜ਼ ਆਫਰ ਕਰਦੀ ਹੈ, ਆਪਣਾ ਜਿਸਮ ਆਫਰ ਕਰਦੀ ਹੈ ਜਾਂ ਆਪਣੇ ਕਲਾਇੰਟ ਨਾਲ ਸੰਬੰਧ ਬਣਾਉਂਦੀ ਹੈ, ਦਿਸ ਇਜ਼ ਨੋ ਆਫੈਂਸ ਐਟ ਆਲ। ਇਹ ਕਿਤਾਬ ਮੈंने ਇਸ ਸਾਲ ਦੇ ਸ਼ੁਰੂ ਦੇ ਵਿੱਚ ਇਹਨੂੰ ਅਪਲੋਡ ਕੀਤਾ ਸੀਗਾ ਤਾਂ ਮੈਨੂੰ ਬੜੀ ਖੁਸ਼ੀ ਹੈ ਵੀ ਸੁਪਰੀਮ ਕੋਰਟ ਨੇ ਕੋਈ ਮਈ ਜਾਂ ਜੂਨ 'ਚ ਜਜਮੈਂਟ ਦਿੱਤੀ। ਉਹਨੇ ਬਿਲਕੁਲ ਕਲੀਅਰ ਕੱਟ ਕਹਿ ਤਾ, ਤੁਸੀਂ ਜਿਹੜਾ ਹੁਣ ਸ਼ਬਦ ਯੂਜ਼ ਕੀਤਾ ਲੀਗਲ, ਸੁਪਰੀਮ ਕੋਰਟ ਨੇ ਕਿਹਾ ਲੀਗਲ ਜੀ। ਹਾਲੇ ਕੋਡੀ ਪਾਰਲੀਮੈਂਟ ਨੇ ਨਹੀਂ ਕਿਹਾ, ਬਸ ਇੰਨਾ ਕੁ ਫਰਕ ਹੈ। ਉਹਨਾਂ ਨੇ ਕਿਹਾ ਸੈਕਸ ਵਰਕਰ ਜਿਹੜੇ ਹੈ ਅਗਰ ਉਹ ਆਪਣੀ ਮਰਜ਼ੀ ਦੇ ਨਾਲ ਪੈਸੇ ਲੈ ਕੇ ਉਹਨਾਂ ਨੂੰ ਸਰਵਿਸਿਜ਼ ਦਿੰਦੇ ਆ ਆਪਣੇ ਕਲਾਇੰਟਸ ਨੂੰ, ਦਿਸ ਇਜ਼ ਪਰਫੈਕਟਲੀ ਲੀਗਲ। ਬਲਕਿ ਉਹਨਾਂ ਨੇ ਪੁਲਿਸ ਨੂੰ ਵੀ ਹਦਾਇਤ ਕੀਤੀ ਵੀ ਤੁਸੀਂ ਅਨਨੈਸੈਸਰੀ ਉਹਨਾਂ ਨੂੰ ਤੰਗ ਨਾ ਕਰੋ। ਬਿਲਕੁਲ। ਕਿਤਾਬ ਲਿਖਣ ਦੇ ਟਾਈਮ 'ਤੇ ਪ੍ਰੋਸਟੀਟਿਊਸ਼ਨ ਦਾ ਜਦੋਂ ਤੁਸੀਂ ਚੈਪਟਰ ਲਿਖਣਾ ਸੀ ਤਾਂ GB ਰੋਡ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਮੈਂ ਚਾਹੁੰਦੀ ਹਾਂ ਦਰਸ਼ਕਾਂ ਨਾਲ ਸਾਂਝਾ ਜ਼ਰੂਰ ਕਰੋ। GB ਰੋਡ ਉਹ ਕਿਤਾਬ ਦਾ ਤਾਂ ਪਾਰਟ ਨਹੀਂ ਹੈ, ਪਰ ਜਦੋਂ ਅਸੀਂ ਲਾਅ ਫਾਈਨਲ ਸੀਗੇ ਜੀ ਤਾਂ ਅਸੀਂ ਇੱਕ ਦਫਾ ਐਵੇਂ ਹੀ ਦਿੱਲੀ ਗਏ, ਉਦੋਂ ਇੰਟਰਨੈਸ਼ਨਲ ਟ੍ਰੇਡ ਫੇਅਰ ਚਾਲੂ ਹੋਏ ਸੀ 82-83 'ਚ ਜੀ, ਅਤੇ ਨਾਮ ਨੂਮ ਸੁਣਦੇ ਸੀਗੇ ਜਿਵੇਂ ਅਖਬਾਰਾਂ 'ਚ ਪੜ੍ਹਦੇ ਸੀਗੇ, ਅਤੇ ਅਸੀਂ ਉਹਦਾ ਚੱਕਰ ਜਿਹਾ ਕੱਟਿਆ। 5-6 ਦੋਸਤ ਸੀਗੇ ਅਤੇ ਵੀ ਵਰ ਸਰਪ੍ਰਾਈਜ਼ ਟੂ ਦੇਖ ਵੀ ਇੰਨੀਆਂ ਸਬ ਹਿਊਮਨ ਕੰਡੀਸ਼ਨ ਦੇ ਵਿੱਚ ਉਹ ਰਹਿੰਦੀਆਂ ਹੈਗੀਆਂ ਜੀ। ਇੱਕ ਦਰਵਾਜ਼ੇ 'ਚ 8-10 ਸੈਕਸ ਵਰਕਰਸ ਖੜੀਆਂ, ਤੁਹਾਨੂੰ ਹਾਕਾਂ ਮਾਰਦੀਆਂ ਬੁਲਾ ਰਹੀਆਂ ਜੀ। ਉਹ ਬੜਾ ਹੀ ਦੈਟ ਵਾਜ਼ ਏ ਘਾਸਲੀ ਸੀਨ। ਮਤਲਬ ਤੁਹਾਨੂੰ ਯੂ ਫੀਲ ਸੌਰੀ ਫॉर ਯੋਰ ਸੈਲਫ, ਯਾਰ ਤੁਸੀਂ ਇੱਕ ਸਿਵਲਾਈਜ਼ ਕੰਟਰੀ 'ਚ ਇਹਨਾਂ ਦੀ ਇੱਦਾਂ ਦੀ ਦੁਰਦਸ਼ਾ ਕਿਵੇਂ ਸਰਕਾਰ ਸਹਿਨ ਕਰ ਸਕਦੀ ਹੈ ਜੀ। ਹੁਣ ਪ੍ਰੋਸਟੀਟਿਊਟ ਦਾ ਜਾਂ ਸੈਕਸ ਵਰਕਰ ਦਾ ਨਾਮ ਆਉਂਦੀ ਲੋਕ ਤਿਉਰੀਆਂ ਕਰ ਲੈਂਦੇ, ਪਰ ਭਾਈ ਕੋਈ ਉਹਨਾਂ ਨੂੰ ਪੁੱਛੇ ਇਹ ਕੌਣ ਹੈ, ਇਹ ਮੰਗਲ ਗ੍ਰਹਿ ਤੋਂ ਆਈਆਂ ਕਿ ਚੰਦਰ ਗ੍ਰਹਿ ਤੋਂ ਆਈਆਂ, ਇਹ ਕਿੱਥੋਂ ਆ ਗਈਆਂ, ਕੌਣ ਹੈ ਜੀ?
ਇਹ ਮੈਂ ਤੁਹਾਨੂੰ ਦੱਸਦਾ ਇਸ ਕਿਤਾਬ 'ਚ ਲਿਖਿਆ ਹੋਇਆ। ਇਹ ਆਪਣੀ ਗਰੀਬ ਪਰਿਵਾਰਾਂ ਦੀਆਂ, ਲੋਅਰ ਮਿਡਲ ਕਲਾਸ ਪਰਿਵਾਰਾਂ ਦੀਆਂ ਭੈਣਾਂ, ਬੇਟੀਆਂ, ਬੱਚੀਆਂ ਜੀ, ਇਹ ਉਹ ਬੇਟੀਆਂ ਬੱਚੀਆਂ ਜਿਹੜੀਆਂ ਡਿਪਰਾਈਵਡ ਕਲਾਸ ਦੇ ਨਾਲ ਮੋਸਟਲੀ ਤਾਲੁਕ ਰੱਖਦੀਆਂ, ਜੀ, ਜਿਨ੍ਹਾਂ ਦੇ ਪਾਵਰਟੀ ਕਰਕੇ ਉੜੀਸਾ, ਝਾਰਖੰਡ, ਇਹਨਾਂ ਦੇ ਜਿਹੜੇ ਰੂਰਲ ਏਰੀਆ 4-4 5-5 ਕੁੜੀਆਂ, ਇੱਕ ਬੇਟਾ, ਉਹਨਾਂ ਤੋਂ ਪਾਲਿਆ ਨਹੀਂ ਜਾਂਦਾ, ਉਹ ਆਪਣੀਆਂ ਬੱਚੀਆਂ ਆਪ ਹੀ ਸੇਲ ਕਰ ਦਿੰਦੇ ਆ। ਜੀ, ਮਾਂ-ਬਾਪ, ਚਾਚੇ, ਮਾਮੇ, ਤਾਏ, ਜਿਨ੍ਹਾਂ ਨੂੰ ਸਟੈਪ ਫਾਦਰ ਸਟੈਪ, ਉਹ ਆ ਜਾਂਦੀਆਂ। ਇੱਕ ਤਾਂ ਇਹਦਾ ਇਹ ਰੀਜਨ ਆ ਪਾਵਰਟੀ, ਜਿਹੜੀਆਂ ਪ੍ਰੋਸਟੀਟਿਊਟਸ, ਫਿਰ ਜਦੋਂ ਸੇਲ ਕਰ ਦਿੰਦੇ ਆ ਹੋਰ ਕੋਈ ਚਾਰਾ ਨਹੀਂ ਹੈ। ਜੀ, ਦੂਜਾ, ਕਈ ਦਫਾ ਰਾਈਵਲਰੀ ਹੋ ਜਾਂਦੀ ਹੈ, ਰਾਈਵਲਰੀ 'ਚ ਦੂਜੀ ਪਾਰਟੀ ਦੀਆਂ ਲੜਕੀਆਂ ਚੱਕ ਕੇ ਲੈ ਜਾਂਦੇ, ਉਹਨਾਂ ਨੂੰ ਸੇਲ ਕਰ ਦਿੰਦੇ ਆ। ਫਿਰ ਇਮੋਰਲ ਟ੍ਰੈਫਿਕ ਦੇ ਗਰੁੱਪਸ ਹੈ, ਫਿਰ ਲੜਕੀ ਬॉयਫ੍ਰੈਂਡ ਨਾਲ ਇਲੋਪ ਕਰ ਗਈ, ਉਹ ਉੱਥੇ ਉਹਨੂੰ ਯੂਜ਼ ਕੀਤਾ, ਪੈਸੇ ਖਤਮ ਹੋ ਗਏ, ਉਹਨੇ ਸੇਲ ਕਰਤਾ। ਜੀ, ਇਹ ਉਹ ਵਿਚਾਰੀਆਂ ਸਤਾਈਆਂ ਹੋਈਆਂ ਲੜਕੀਆਂ ਹੈਗੀਆਂ। ਜੀ, ਇਹ ਉਹ ਲੜਕੀਆਂ ਜਿਹੜੀਆਂ ਸਮਾਜ ਦਾ ਸਾਰਾ ਗੰਦ ਗ੍ਰਹਿਣ ਕਰਦੀਆਂ ਹੈ, ਔਰ ਵਿਚਾਰੀਆਂ ਸਰਕਾਰ, ਔਰ ਇਹ ਪਤਾ ਜੀ ਕਿੰਨੀ ਹੈ, ਨੈਸ਼ਨਲ ਕ੍ਰਾਈਮ ਬਿਊਰੋ ਮੁਤਾਬਕ ਤਾਂ ਉਹ ਕਹਿੰਦੇ 40 ਲੱਖ ਪਲੱਸ ਹੈ, ਜੀ, ਪਰ NGOs ਇੰਟਰਨੈਟ ਤੇ ਡਾਟਾ ਜਿਹੜਾ ਅਵੇਲੇਬਲ ਹੈ ਇਹ 90 ਲੱਖ ਤੋਂ ਲੈ ਕੇ 1.25 ਕਰੋੜ ਤੱਕ ਹੈ ਜੀ। ਜੀ, ਐਂਡ ਇਟ ਇਜ਼ ਵੈਰੀ ਸਰਪ੍ਰਾਈਜ਼ਿੰਗ ਡਾਟਾ। ਹਾਂ, ਔਰ ਇਹ ਆਪਣੀ ਟੋਟਲ ਆਬਾਦੀ ਦਾ ਜਿਹੜਾ ਹੈਗਾ ਇਹ 1.5% ਹੈ ਜੀ। ਜੀ, ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਾਤਰਾ ਹੈ। ਆਪਣੇ ਟੋਟਲ ਦੇ ਅਸੀਂ ਸਿੱਖ ਆਬਾਦੀ 2% ਹੈ ਜੀ, ਇਹ 1.5% ਹੈ ਜੀ, ਇਹਨਾਂ ਬਾਰੇ ਕੋਈ ਧਿਆਨ ਹੀ ਨਹੀਂ ਦਿੰਦਾ। ਕਿਉਂ ਨਹੀਂ ਦਿੰਦਾ? ਸਤਾਈਆਂ ਹੋਈਆਂ ਹੈਗੀਆਂ, ਡਾਊਨ ਟਰੋਡਨ ਹੈ, ਡਿਪਰਾਈਵਡ ਹੈ। ਅੱਛਾ, ਹੁਣ ਤੁਸੀਂ ਕਹਿ ਸਕਦੇ ਹੋ ਇਹ ਇੱਥੋਂ ਆਪਣੇ ਘਰ ਕਿਉਂ ਨਹੀਂ ਚਲੀਆਂ ਜਾਂਦੀਆਂ? ਜੀ, ਅਸੀਂ DC SP ਸਾਡੇ ਨਾਲ ਬਹੁਤ ਰਹੇ, ਮੈਂ ਵੀ ਇਸ 'ਤੇ ਕਾਫੀ ਰਿਸਰਚ ਕੀਤੀ, ਸਾਡੇ ਮੂਹਰੇ ਪੇਸ਼ ਵੀ ਕਰਦੇ ਰਹੇ ਹੋ। ਮੈਂ ਉਹਨੂੰ ਪੁੱਛਿਆ, ਯਾਰ ਤੁਸੀਂ ਇਹਨਾਂ ਨੂੰ ਕਿਉਂ ਨਹੀਂ, ਇਹਨਾਂ ਦੇ ਪਿੰਡ ਦਾ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ, ਤਾਂ SP ਕਹਿੰਦੇ ਜੀ ਅਸੀਂ ਸਪੈਸ਼ਲ ਪੁਲਿਸ ਟੀਮ ਭੇਜਦੇ ਹਾਂ ਇਹਨਾਂ ਦੇ ਪਿੰਡ, ਕਿ ਜੀ ਤੁਹਾਡੀ ਲੜਕੀ GB ਰੋਡ ਤੋਂ ਰਿਕਵਰ ਹੋ ਗਈ ਹੈ ਅਤੇ ਤੁਸੀਂ ਇਹਨੂੰ ਬਚਾ ਲਓ। ਉਹਨੂੰ ਪਛਾਣਨ ਤੋਂ ਇਨਕਾਰ ਕਰਦੇ ਨੇ ਕਈ ਕੇਸਾਂ 'ਚ, ਕਈ ਕੇਸਾਂ ਕਹਿੰਦੇ ਨਾ ਇਹਦਾ ਭੱਜ ਕੇ ਮੂੰਹ ਕਾਲਾ ਕਰਾਤਾ, ਅਸੀਂ ਨਹੀਂ ਇਹਨੂੰ ਰੱਖਦੇ ਹੈਗੇ ਜੀ, ਔਰ ਸਾਡਾ ਸਮਾਜ 'ਚ ਕੀ ਹੋਊਗਾ, ਹੁੱਕਾ ਪਾਣੀ ਬੰਦ ਹੋ ਜਾਊਗਾ, ਅਸੀਂ ਡਿਫੇਮ ਹੋ ਜਾਵਾਂਗੇ ਅਤੇ ਸਾਡਿਆਂ ਬਾਕੀ ਬੱਚਿਆਂ ਦਾ ਵਿਆਹ ਕਿਵੇਂ ਹੋਊਗਾ, ਸਾਨੂੰ ਤਾਂ ਪਿੰਡੋਂ ਕੱਢ ਦੇਣਗੇ ਅਤੇ ਅਸੀਂ ਨਹੀਂ ਰੱਖਦੇ। ਉਹ ਦੁਬਾਰਾ ਕਿੱਥੇ ਜਾਣ? ਜੀ, ਇੱਥੇ ਆ ਕੇ ਪੇਟ ਭਰ ਰੋਟੀ ਤਾਂ ਮਿਲ ਜਾਂਦੀ ਹੈ, ਬਿਲਕੁਲ ਸਹੀ ਤੁਸੀਂ ਅਤੇ ਕਿਹਾ। ਉਹ ਫਿਰ ਇੱਥੇ ਆ ਜਾਂਦੀ ਹੈ। ਇਸ ਕਰਕੇ ਇਹ ਸਮੱਸਿਆ ਨੂੰ ਤਾਂ, ਜਿਹੜੀ ਸਮੱਸਿਆ ਦਾ ਕੋਈ ਇਲਾਜ ਨਹੀਂ, ਉਹਨੂੰ ਰੈਗੂਲੇਟ ਤਾਂ ਕਰਨਾ ਪਊਗਾ ਨਾ ਜੀ। ਬਿਲਕੁਲ। ਆਪਣੀਆਂ ਇਲੀਗਲ ਕਲੋਨੀਆਂ ਜੀ, ਪ੍ਰੋਪਰਟੀ ਰੇਟ ਕੱਟ ਦਿੰਦੇ ਆ, ਲੋਕ ਪਲਾਟ ਲੈ ਲੈਂਦੇ ਆ, 5000 ਬੰਦਾ ਰਹਿੰਦਾ, ਸਰਕਾਰ ਕਿੱਥੇ ਕਰੇ? ਅਖੀਰ ਰੈਗੂਲਰਾਈਜ਼ ਕਰ ਦਿੰਦੀ ਇਲੈਕਸ਼ਨ ਤੋਂ ਪਹਿਲਾਂ, ਬਿਜਲੀ ਪਾਣੀ ਦਾ ਕਨੈਕਸ਼ਨ ਦੇ ਦਿਓ ਯਾਰ, ਸੀਵਰੇਜ ਕਰ ਦਿਓ। ਬਿਲਕੁਲ। ਇਹਨਾਂ ਦੀ ਲਾਈਫ ਨੂੰ ਰੈਗੂਲੇਟ ਕਰੋ, ਇਹਨਾਂ ਨੂੰ ਮਿਨੀਮਮ ਸਿਵਿਕ ਕਮਿਊਨਿਟੀਜ਼ ਦਿਓ, ਹੈਲਥ ਕੇਅਰ ਦਿਓ, ਐਜੂਕੇਸ਼ਨ ਦਿਓ ਇਹਨਾਂ ਦੇ ਬੱਚਿਆਂ ਨੂੰ। ਦੇ ਆਰ ਹਿਊਮਨ ਬੀਇੰਗਸ। ਤੁਸੀਂ ਕੁੱਤਿਆਂ ਨੂੰ ਤਾਂ ਯਾਰ ਕਾਰਾਂ 'ਚ ਘੁਮਾ ਦਿੰਦੇ ਹੋ, ਬਿਲਕੁਲ ਹੈ, ਕੁੱਤਿਆਂ ਲਈ ਤੁਸੀਂ ਸ਼ੈਂਪੂ ਉਹ ਖਰੀਦ ਲੈਂਦੇ ਹੋ, ਉਹਨਾਂ ਤੁਸੀਂ ਇਹਨਾਂ ਦਾ ਵੀ ਵਿਚਾਰਿਆਂ ਦਾ ਦੇਖੋ। ਇਹਨਾਂ ਨੂੰ ਤੁਸੀਂ ਗੈਟੋਜ਼ ਦੇ ਵਿੱਚ ਰੱਖਿਆ। ਗੈਟੋਜ਼ ਤੁਹਾਨੂੰ ਪਤਾ ਨਾ, ਹਿਟਲਰ ਨੇ ਜਿਹੜਾ ਜੂਜ਼ ਦੇ ਲਈ ਬਣਾਈਆਂ ਸੀ, ਸਲਮ ਸਮ ਹਿਊਮਨ ਕੰਡੀਸ਼ਨ 'ਚ, ਔਰ ਇੰਨੀ ਸਾਈਜ਼ੇਬਲ ਪੋਪੂਲੇਸ਼ਨ ਹੈ ਜੀ। ਔਰ ਇਹ ਤਾਂ ਤੁਹਾਡਾ ਸਾਰਾ ਉਹ ਤਾਂ ਕਹਿ ਦਿੰਦੇ ਵੀ ਰਾਤ ਨੂੰ ਇਹਨਾਂ ਕੋਲ ਇਹਨਾਂ ਧੰਦਾ ਕਿਵੇਂ ਚੱਲਦਾ, ਕੌਣ ਜਾਂਦੇ ਆ? ਆਪਣੀ ਰਿਸਪੈਕਟੇਬਲ ਘਰਾਂ ਦੇ ਬੰਦੇ, ਸਫੇਦ ਪੋਸ਼ ਲੋਕ ਹੀ ਜਾਂਦੇ ਆ। ਜਿੰਦਲ ਸਾਹਿਬ, ਇਹ ਵੀ ਮੁੰਸ਼ੀ ਪ੍ਰੇਮਚੰਦ ਦਾ ਇੱਕ ਕੋਟ ਹੈ ਕਿ ਬੁਨਿਆਦ ਹੀ ਪੁਖਤਾ ਨਾ ਹੋ ਤਾਂ ਮਕਾਨ ਕੈਸੇ ਪਾਇਦਾਰ ਬਣੇ। ਜਦੋਂ ਸਾਡੇ ਸਮਾਜ ਦੀ ਬੁਨਿਆਦ ਹੀ ਇਸ ਤਰ੍ਹਾਂ ਦੀ ਹੈ ਤਾਂ ਇਸ ਉੱਤੇ ਅਸੀਂ ਇੱਕ ਪੁਖਤਾ ਸਮਾਜ ਦੀ ਸਿਰਜਣਾ ਦਾ ਸੁਪਨਾ ਲੈ ਸਕਦੇ ਹਾਂ ਤਾਂ ਕਿਵੇਂ? ਜਦੋਂ ਟਰਾਂਸਜੈਂਡਰ ਲਫ਼ਜ਼ ਦੀ ਅਸੀਂ ਵਰਤੋਂ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਟੈਬੂ ਆ ਜਾਂਦਾ ਹੈ, ਤਾਂ ਕੀ ਮੈਂ ਸਹੀ ਕਹਿ ਰਹੀ ਹਾਂ? ਬਿਲਕੁਲ। ਇਹਨਾਂ ਰਿਗਾਰਡਿੰਗ ਲਾਜ਼ ਕੀ ਨੇ? ਇਹਨਾਂ ਦਾ ਵਿਚਾਰੇ ਨਾ ਜੀ, ਇਹ ਉਹ ਬੰਦੇ ਹੈ ਜਿਹਨੂੰ ਸਮਾਜ ਮਤਲਬ ਵਿਸ਼ਿਆਵਾਂ ਤੋਂ ਬਾਅਦ ਇਹਨਾਂ ਦਾ ਨੰਬਰ ਹੈ, ਸਮਝੋ ਜੀ। ਸੈਕਸ ਵਰਕਰ ਤੋਂ ਬਾਅਦ ਇਹਨਾਂ ਦਾ ਨੰਬਰ ਹੈ। ਇਹਨਾਂ ਨੂੰ ਦੇਖਦੀ ਉਹ ਇੱਕ ਬੜੀ ਕੁਟਿਲ ਜੀ ਹਸੀ ਕਰਨੀ ਹੈ, ਉਹਨੂੰ ਆਮ ਤੌਰ 'ਤੇ ਛੱਕਾ ਹੈ ਜੀ। ਹਿਜੜਾ ਕਿੰਡਰ ਰਾਮ ਕਹਿੰਦਾ ਛੱਕਾ ਹੈਗਾ। ਉਹਨਾਂ ਨੂੰ ਪੁੱਛੇ ਭਾਈ ਇਹ ਕੋਈ ਆਪਣੀ ਮਰਜ਼ੀ ਨਾਲ ਹੈ? ਰੱਬ ਨੇ ਉਹਨਾਂ ਦੀ ਵਿੱਚ ਇੱਦਾਂ ਦੀਆਂ ਫਿਜ਼ੀਕਲ ਉਹ ਪਾਤੀਆਂ ਹੈਗੀਆਂ ਟ੍ਰੇਟਸ ਵੀ ਉਹ ਵਿਚਾਰੇ ਉੱਦਾਂ ਬਿਹੇਵ ਕਰਦੇ ਹੈ। ਬਿਲਕੁਲ ਠੀਕ ਹੈ। ਉਹਨਾਂ ਦੇ ਬੜਾ ਉਹਨਾਂ ਨੂੰ ਮਤਲਬ ਤਿਰਸਕਾਰ ਕੀਤਾ, ਪਰ ਫਿਰ ਉਹਨਾਂ 'ਚੋਂ ਵੀ ਕੁਝ ਬੰਦੇ ਪੜ੍ਹ ਲਿਖ ਗਏ, ਸੁਪਰੀਮ ਕੋਰਟ 'ਚ ਉਹਨਾਂ ਨੇ ਪਟੀਸ਼ਨ ਪਾਈ ਜੀ, ਅਤੇ ਉਹਨਾਂ ਨੇ ਕਿਹਾ ਜੀ ਸਾਨੂੰ ਵੀ ਥਰਡ ਜੈਂਡਰ ਸਾਨੂੰ ਕਰਕੇ ਸਾਨੂੰ ਥਰਡ ਜੈਂਡਰ ਟਰੀਟ ਕਰੋ ਔਰ ਸਾਨੂੰ ਰਾਈਟਸ ਦਿਓ। ਸੁਪਰੀਮ ਕੋਰਟ ਨੇ ਦਿੱਤੇ। ਹੁਣ ਉਹਨਾਂ ਦੇ ਲਈ ਰਿਜ਼ਰਵੇਸ਼ਨ ਵੀ ਹੈ ਕਿਤੇ ਕਿਤੇ, ਉਹਨਾਂ ਨੂੰ ਭਰਤੀ 'ਚ ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹੜੇ ਸਮਾਜਿਕ ਬਹਿਸ਼ਕਾਰ ਹੈ, ਸਮਾਜਿਕ ਹਿਕਾਰਤ ਹੈ, ਉਹ ਹਲੇ ਵੀ ਹੈਗੀ ਹੈ ਜੀ। ਇਹ ਜਿਹੜੀ 377 ਡੀਕ੍ਰਿਮੀਨਲਾਈਜੇਸ਼ਨ ਕੀਤੀ ਸੁਪਰੀਮ ਕੋਰਟ ਨੇ 2019 ਦੇ ਵਿੱਚ, 18 ਜਾਂ 19 'ਚ, ਇਹਦਾ ਪ੍ਰਚਾਰਿਤ ਉਹਨਾਂ ਨੇ ਬਹੁਤ ਕੀਤਾ। ਇਹਦੇ ਵੀ ਦੋ ਪਹਿਲੂ ਹੈ ਬੇਸਿਕਲੀ ਜੀ। ਇਹਦਾ ਇੱਕ ਲੀਗਲ ਪਹਿਲੂ, ਇੱਕ ਪ੍ਰੈਕਟੀਕਲ ਪਹਿਲੂ ਹੈ। ਜੇ ਤੁਸੀਂ ਪ੍ਰੈਕਟੀਕਲ ਪਹਿਲੂ ਦੇ ਨਾਲ ਦੇਖੋ ਤਾਂ ਇਹਨਾਂ ਨੂੰ ਰਿਲੀਫ ਕਾਫੀ ਮਿਲ ਗਿਆ, ਇਨ ਦੀ ਸੈਂਸ ਵੀ ਜਿਵੇਂ ਆਪਣੀ ਲੋਕੈਲਿਟੀ 'ਚ ਕੋਈ 2 ਗੇ ਰਹਿੰਦੇ ਹੈਗੇ ਅਤੇ ਉਹ 5-7 ਮਹੀਨੇ ਬਾਅਦ
ਪੜੋਸੀਆਂ ਨੂੰ ਪਤਾ ਹੀ ਲੱਗ ਜਾਂਦਾ ਹੈ। ਫਿਰ ਉਹ ਪੁਲਿਸ ਰਿਪੋਰਟ ਪਹਿਲਾਂ ਉਹਨਾਂ ਨੂੰ ਆਉਂਦੇ ਜਾਂਦੇ ਰੋਕਦੇ ਆ, ਕੀ ਗੰਦ ਪਾਇਆ, ਨਿਕਲੋ ਇੱਥੋਂ, ਫਲਾਣਾ। ਉਹਦੇ ਮਕਾਨ ਮਾਲਕ ਨੂੰ ਕਹਿੰਦੇ ਕੱਢ ਦਿਓ ਇਹਨੂੰ। ਪਰ ਜਿਹੜਾ ਗੇਜ਼ ਦਾ ਮਸਲਾ ਹੈ, ਜਦੋਂ ਅਸੀਂ ਚਲੋ ਇਹਨੂੰ ਪੂਰੇ ਅਸੀਂ LGBT ਕਮਿਊਨਿਟੀ ਦੇ ਵਿੱਚ ਲੈ ਸਕਦੇ ਹਾਂ, ਬਟ ਜਦੋਂ ਪਾਰਟਿਕੂਲਰਲੀ ਟਰਾਂਸਜੈਂਡਰਸ ਦੀ ਗੱਲ ਕਰਦੇ ਹਾਂ ਤਾਂ ਗੇਜ਼ ਔਰ ਲੈਸਬੀਅਨਸ ਦੀ ਜਿਹੜੀ ਕਮਿਊਨਿਟੀ ਹੈ ਤਾਂ ਇਹਨਾਂ ਤੋਂ ਆਪਾਂ ਵੱਖਰਾ ਕਰਕੇ ਦੇਖਦੇ ਹਾਂ ਜਾਂ ਲਾਜ਼? ਨਹੀਂ, ਜਿਹੜੀ LGBT ਦੀ ਕਮਿਊਨਿਟੀ ਹੈ ਜੀ, ਇਹ 'ਚ 4 ਹੈ ਜਿਵੇਂ ਤੁਸੀਂ ਕਿਹਾ ਜੀ। ਲੈਸਬੀਅਨ, L, B ਬਾਈਸੈਕਸੁਅਲ, T ਟਰਾਂਸਜੈਂਡਰ ਔਰ A ਗੇਜ਼ ਜੀ। ਇਹ ਆਮ ਲੋਕਾਂ ਨੂੰ ਨਹੀਂ ਪਤਾ ਹੈਗਾ, ਕਿਤਾਬ 'ਚ ਕਾਫੀ ਡਿਟੇਲ 'ਚ ਹੈ ਜੀ। ਗੇਜ਼ ਉਹ ਹੈ ਜਿਹੜੇ ਮੈਨ ਟੂ ਮੈਨ ਪਤੀ ਪਤਨੀ ਵਾਲੇ ਰਿਲੇਸ਼ਨ ਬਣਾਉਂਦੇ ਹੈ ਜੀ। 2 ਮੇਲ ਮੈਂਬਰ 18 ਸਾਲ ਤੋਂ ਉੱਪਰ ਉਹਨਾਂ ਨੂੰ ਗੇਜ਼ ਕਹਿੰਦੇ ਆ। ਲੈਸਬੀਅਨ 2 ਲੜਕੀਆਂ 18 ਸਾਲ ਤੋਂ ਉੱਪਰ, ਬਿਲਕੁਲ, ਉਹ 'ਚ ਵੀ ਇੱਕ ਪਤੀ ਦਾ ਰੋਲ ਅਖਤਿਆਰ ਕਰ ਲੈਂਦੀ ਹੈ, ਇੱਕ ਪਤਨੀ ਦਾ ਕਰ ਲੈਂਦੀ ਹੈ। ਟਰਾਂਸਜੈਂਡਰ ਆਪਣੇ ਹੋ ਗਏ ਯੂਨਿਕਸ, ਕਿਨਰ ਜਿਹਨਾਂ ਨੂੰ ਆਪਾਂ ਕਹਿੰਦੇ ਆ ਜੀ। ਉਹਨਾਂ ਦੇ ਜਿਹੜੇ ਪ੍ਰਾਈਵੇਟ ਪਾਰਟਸ ਹੈ ਉਹਨੇ ਡਿਵੈਲਪ ਨਹੀਂ ਹੁੰਦੇ, ਉਹ ਸੈਕਸੁਅਲ ਪਲੇਜ਼ਰ ਨੂੰ ਇੰਜੋਏ ਨਹੀਂ ਕਰ ਸਕਦੇ ਆਮ ਤੌਰ ਤੇ। ਬਿਲਕੁਲ। ਤੇ ਚੌਥਾ ਬਾਈਸੈਕਸੁਅਲ ਜੀ। ਉਹ ਲੜਕੀ ਦੇ ਨਾਲ ਵੀ ਉਨਾ ਹੀ ਇੰਜੋਏ ਕਰਦੇ ਆ, ਲੜਕੇ ਨਾਲ ਵੀ ਉਨਾ ਹੀ ਇੰਜੋਏ ਕਰਦੇ ਆ, ਦੋਨੇ ਤਰ੍ਹਾਂ ਦੇ ਹੈ ਕਿਤੇ ਨਾ ਕਿਤੇ ਬਾਇਓਲੋਜੀਕਲ ਡਿਸਆਰਡਰਸ ਦੇ ਅੰਡਰ ਹੀ ਆਉਂਦੇ ਆ। ਬਾਇਓਲੋਜੀਕਲ ਡਿਸਆਰਡਰ, ਔਰ ਉਹਨਾਂ ਦੇ ਬਸ 'ਚ ਰੱਬ ਨੇ ਪਾਇਆ ਹੋਇਆ ਇਹ। ਜੀ। ਇਹ ਫਿਰ 370 ਜਦੋਂ ਇਹਨਾਂ ਦੀ ਇਹ ਹੁੰਦੀ ਸੀ ਉਹ ਗਏ ਤਾਂ ਸੁਪਰੀਮ ਕੋਰਟ ਨੇ ਡੀਕ੍ਰਿਮੀਨਲਾਈਜ਼ ਕਰਤਾ, ਇਹ ਕਹਿ ਕੇ ਵੀ ਜਿਹੜਾ ਸੈਕਸੁਅਲ ਮੇਜਰ ਗੇ ਮੈਂਬਰ ਦੇ ਵਿੱਚ ਕੰਸੈਂਸੁਅਲ ਸੈਕਸ ਹੈ ਉਹ ਓਫੈਂਸ ਨਹੀਂ ਹੈ ਜੀ। ਤੇ ਉਹਨਾਂ ਨੂੰ ਉਹ ਰਾਈਟ ਦੇਦਾ ਵੀ ਤੁਸੀਂ ਆਰਾਮ ਨਾਲ ਰਹੋ। ਹੁਣ ਪੁਲਿਸ ਉਹਨਾਂ ਨੂੰ ਤੰਗ ਨਹੀਂ ਕਰ ਸਕਦੀ, ਐਂ ਲੋਕੈਲਿਟੀ 'ਚੋਂ ਕੱਢ ਨਹੀਂ ਸਕਦੀ। ਇਹ ਉਹਦਾ ਪ੍ਰੈਕਟੀਕਲ ਇੰਪੈਕਟ ਹੈ। ਪਰ ਜੇ ਆਪਾਂ ਇਹਦਾ ਲੀਗਲ ਦੇਖੀਏ, ਉਹਨਾਂ ਨੇ ਸਿਰਫ ਕੰਸੈਂਸੁਅਲ ਗੇ ਸੈਕਸ ਨੂੰ ਲੀਗਲ ਡੀਕ੍ਰਿਮੀਨਲਾਈਜ਼ ਕੀਤਾ। ਸੈਕਸ਼ਨ 370 ਉਵੇਂ ਐਗਜ਼ਿਸਟ ਕਰਦੀ ਹੈ। ਅਗਰ ਕੋਈ ਇੱਕ ਗੇ 18 ਸਾਲ ਤੋਂ ਉੱਪਰ ਦੂਜੇ ਮੇਲ ਮੈਂਬਰ ਨਾਲ ਜ਼ਬਰਦਸਤੀ ਕਰਦਾ, ਹਾਲੇ ਵੀ 370 'ਚ ਉਹਨੂੰ ਸਜ਼ਾ ਹੈ। ਇਹ ਜਿਹੜਾ ਇਹਨੂੰ ਲੌਜ ਕਹਿੰਦੇ ਆ 370 'ਚ ਕਾਰਨਲ ਇੰਟਰਕੋਰਸ ਅਗੇਂਸਟ ਦੀ ਕੋਰਸ ਆਫ ਨੇਚਰ। ਬਿਲਕੁਲ। ਇਹ ਮੈਨ ਟੂ ਮੈਨ, ਇਹਨੂੰ ਸਡੋਮੀ ਵੀ ਕਹਿ ਦਿੰਦੇ ਆਮ ਭਾਸ਼ਾ 'ਚ। ਮੈਨ ਟੂ ਮੈਨ ਵੀ ਹੋ ਜਾਂਦਾ, ਮੈਨ ਟੂ ਵੂਮਨ ਵੀ ਹੋ ਜਾਂਦਾ, ਮੈਨ ਟੂ ਐਨੀਮਲ ਵੀ ਇਹਦੇ ਵਿੱਚ ਹੀ ਆਉਂਦੇ ਆ। ਬਿਲਕੁਲ। ਇਹ ਉਵੇਂ ਹੀ ਐਗਜ਼ਿਸਟ ਕਰਦੀ ਹੈ। ਅੱਛਾ, ਇਹ 'ਚ ਜੇ ਪਹਿਲਾਂ ਹੀ ਕੰਸੈਂਸੁਅਲ ਸੈਕਸ ਸੀਗਾ, ਉਹ ਪਹਿਲਾਂ ਵੀ, ਕਿਉਂਕਿ ਲਾਅ ਦਾ ਮਸ਼ੀਨਰੀ ਤਾਂ ਮੋਸ਼ਨ 'ਚ ਆਊਗੀ ਨਾ ਜਦੋਂ ਕੋਈ ਕੰਪਲੇਂਟ ਕਰੂ। ਜੇ ਪਹਿਲਾਂ ਕੰਸੈਂਸੁਅਲ ਕੰਪਲੇਂਟ ਕਿਉਂ ਕਰਨਗੇ? ਲੇਕਿਨ ਇਹ ਸਮਾਜ ਤੰਗ ਕਰਦਾ ਸੀ, ਹੁਣ ਸਮਾਜ ਤੰਗ ਕਰਨੋਂ ਹਟ ਗਿਆ ਜੀ। ਹੁਣ ਇਸ ਉੱਤੇ ਹੀ ਮੇਰਾ ਅਗਲਾ ਸਵਾਲ ਜਿਹੜਾ ਉਹ ਇਹਦੇ ਵਿੱਚੋਂ ਜਨਮ ਲੈਂਦਾ, ਉਹ ਰੇਪਸ ਦੇ ਚੈਪਟਰ ਉੱਤੇ ਆਪਾਂ ਗੱਲ ਕਰਾਂਗੇ। ਹੁਣ ਜਿਹਦਾ ਸ਼ਿਕਾਰ ਤੁਸੀਂ ਵੀ ਹੁੰਦੇ ਬਚੇ, ਤੇ ਇਸ ਤਰ੍ਹਾਂ ਹਰ ਕੋਈ ਇਨਸਾਨ ਜਿਹੜਾ ਖੁਸ਼ਕਿਸਮਤ ਜੱਜ ਸਾਹਿਬ ਨਹੀਂ ਹੁੰਦਾ। ਤਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਇੱਕ ਲੇਡੀ ਜੋ ਹੈ ਉਹ ਕਿਸੇ ਵੀ ABCD ਬੰਦੇ ਨੂੰ ਇੱਕ ਵਿਕਟਿਮ ਕਰਾਰ ਦੇ ਦਿੰਦੀ ਹੈ ਵੀ ਇਹਨੇ ਮੇਰੇ ਨਾਲ ਬੁਰਾ ਕਰਨ ਦਾ ਯਤਨ ਕੀਤਾ ਤੇ ਖੁਸ਼ਕਿਸਮਤੀ ਨਾਲ ਮੈਂ ਬਚ ਗਈ, ਤੇ ਇਹ ਵੀ ਸਾਨੂੰ ਜ਼ਾਹਰ ਹੋ ਜਾਂਦਾ ਵੀ ਉਹ 20 ਸਾਲ ਤੋਂ 10 ਸਾਲ ਤੋਂ ਉਸ ਦੇ ਨਾਲ ਰਹਿ ਰਹੀ ਹੈ, ਤੇ ਉਸ ਤੋਂ ਬਾਅਦ ਇਹ ਜ਼ਾਹਿਰ ਜੀ ਗੱਲ ਹੈ ਕਿ ਰੇਪ ਕਿਵੇਂ ਹੋ ਸਕਦਾ। ਪਰ ਇਸ ਚੀਜ਼ ਨੂੰ ਆਧਾਰ ਰੱਖ ਕੇ ਤੁਸੀਂ ਪਰਚਾ ਦਰਜ ਕਿਵੇਂ ਕਰਾ ਸਕਦੇ ਹੋ, ਜਾਂ ਲਾਅ ਜਿਹੜਾ ਹੈ ਉਹ ਇਸ ਨੂੰ ਆਇਡੈਂਟੀਫਾਈ ਕਿਵੇਂ ਕਰਦਾ ਹੈ? ਇਹ ਮੇਰਾ ਸਵਾਲ ਹੈ। ਇਹ ਨਹੀਂ, ਤੁਸੀਂ ਬੜਾ ਹੀ ਰੈਲੇਵੈਂਟ ਸਵਾਲ ਪੁੱਛਿਆ। ਇਹ ਇਸ ਇਕੱਲੇ ਸਵਾਲ ਦੇ ਉੱਤੇ ਨਾ ਜੀ, ਮਤਲਬ ਤੁਸੀਂ ਕਹਿ ਲਓ ਵੀ 10-20 ਹਜ਼ਾਰ ਨਹੀਂ, 50-60 ਹਜ਼ਾਰ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਹੀ ਜਾਂਦੀਆਂ। ਬਿਲਕੁਲ, ਔਰ ਹੋ ਗਈਆਂ ਨੇ। ਹੋ ਗਈਆਂ ਨੇ ਜੀ। ਇਹਦੇ ਵਿੱਚ ਹੁਣ ਰੇਪ ਕੀ ਹੈਗਾ, ਜਿਹੜੇ ਨੈਸ਼ਨਲ ਕ੍ਰਾਈਮ ਬਿਊਰੋ ਉਹਦੇ ਮੁਤਾਬਕ ਇੰਡੀਆ 'ਚ ਹਰ 6 ਮਿੰਟ 'ਚ ਇੱਕ ਰੇਪ ਹੁੰਦਾ, ਪਰ ਜਿਹੜੀਆਂ NGOs ਉਹ ਕਹਿੰਦੀਆਂ ਹਰ ਮਿੰਟ 'ਚ ਇੱਕ ਹੁੰਦਾ ਹੈ। 90% ਜਿਹੜੇ ਰੇਪ ਕੇਸ ਹੈ ਜੀ ਉਹ ਤਾਂ ਰਿਪੋਰਟ ਹੀ ਨਹੀਂ ਹੁੰਦੇ, ਜਿਹੜੇ ਜੈਨੂਅਨ ਰੇਪ ਕੇਸ ਹੈ ਜੀ। ਤੇ 10% ਹੁੰਦੇ ਆ ਵੀ ਦੇਖ ਲਿਆ ਉਹਨਾਂ 'ਚ। ਮੈਂ ਕਹਿੰਦਾ ਜੇ ਸਹੀ ਰੇਪ ਹੈ, ਨਿਰਭਿਆ ਰੇਪ ਹੈ, ਤੁਸੀਂ ਉਹਨਾਂ ਨੂੰ ਜਾਨੋਂ ਮਾਰ ਦਿਓ, ਪਬਲਿਕਲੀ ਹੈਂਗ ਕਰ ਦਿਓ। ਬਿਲਕੁਲ, ਇਹ ਬੜਾ ਹੀਨਸ ਕ੍ਰਾਈਮ ਹੈ ਜੀ। ਪਰ ਜਿੱਥੇ ਦਾ ਮਿਸਯੂਜ਼ ਹੈ ਉੱਥੇ ਤੁਸੀਂ ਮਿਸਯੂਜ਼ ਦੇ ਵਿੱਚ ਵੀ ਤਾਂ ਐਕਸੈਪਸ਼ਨ ਦਿਓ। ਹੁਣ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਵੀ 90% ਕੇਸਾਂ 'ਚ, 100 ਚੋਂ 90 ਕੇਸਾਂ 'ਚ ਤਾਂ ਹਿੰਸਾ ਦਾ ਕੋਈ ਐਲੀਮੈਂਟ ਹੀ ਨਹੀਂ। ਬਿਲਕੁਲ। ਕੰਸੈਂਸੁਅਲ ਸੈਕਸ ਹੈ, ਕਿਸੇ ਨੇ ਦੇਖ ਲਿਆ, ਕੋਠਾ ਟਿਊਬਵੈਲ 'ਚ ਬੈਠੇ ਹੈ, ਕਿਸੇ ਚੁਬਾਰੇ 'ਚ ਬੈਠੇ ਹੈ, ਪੜੋਸੀ ਨੇ ਸ਼ੋਰ ਪਾਤਾ, ਉਹਨਾਂ ਨੇ ਆਪਣੇ ਫੈਮਿਲੀ ਓਨਰ ਨੂੰ ਬਚਾਉਣ ਲਈ ਪਰਚਾ ਦਰਜ ਕਰਾਤਾ। ਬਿਲਕੁਲ, ਠੀਕ ਹੈ। ਉਹ 'ਚ ਫੇਰ ਵਿਚਾਰੇ ਮੁੰਡੇ ਦੀ ਉਹ ਹੁੰਦੀ ਹੈਗੀ ਹੈ। ਅੱਛਾ, ਦੂਜਾ ਹੁਣ ਇੱਕ ਨਵਾਂ ਕੰਸੈਪਟ ਚੱਲ ਪਿਆ ਹੈਗਾ, ਲਿਵ ਇਨ ਰਿਲੇਸ਼ਨਸ਼ਿਪ। ਬਿਲਕੁਲ ਜੀ। ਹੁਣ ਇਹ 'ਚ ਵੀ ਕਿਤਾਬ 'ਚ ਡਿਟੇਲ ਨਾਲ ਲਿਖਿਆ। ਆਪਣੇ ਇੰਡੀਅਨ ਯੂਥ ਨੂੰ ਤਾਂ ਲੱਗਦਾ ਵੀ ਲਿਵ ਇਨ ਰਿਲੇਸ਼ਨਸ਼ਿਪ ਅਮਰੀਕਾ ਤੋਂ ਕੰਸੈਪਟ ਆਇਆ ਨਾ, ਇਹ ਐਂਸ਼ੀਅੰਟ ਇੰਡੀਆ ਦੇ ਵਿੱਚ ਕੰਸੈਪਟ ਸੀਗਾ। ਗੰਧਰਵ ਵਿਵਾਹ ਕਹਿੰਦੇ ਸੀ ਇਹਨੂੰ। ਗੰਧਰਵ ਵਿਵਾਹ ਔਰ ਮਾਡਰਨ ਲਿਵ ਇਨ ਲਗਭਗ ਇੱਕ ਜੈਸਾ ਹੈ ਜੀ। ਭੀਮ ਹਿਡਿੰਬਾ ਦੀ ਤੁਸੀਂ ਕਹਾਣੀ ਪੜ੍ਹੀ ਹੋਗੀ। ਉਹ ਜਦੋਂ 12 ਸਾਲ ਦੇ ਐਗਜ਼ਾਈਲ 'ਚ ਸੀਗੇ, ਆਖਰੀ ਸਾਲ ਰੂਪੋਸ਼ ਰਹਿਣਾ ਸੀ, ਜੰਗਲ 'ਚੋਂ ਕਰੇ ਤਾਂ ਹਿਡਿੰਬਾ ਨੂੰ ਭੀਮ ਪਸੰਦ ਆ ਗਿਆ, ਤਾਂ ਉਹਨਾਂ ਨੇ ਗੰਧਰਵ ਵਿਆਹ ਕਰ ਲਿਆ ਜੀ। ਤੇ ਬਾਅਦ 'ਚ ਪਰਿਵਾਰ ਨੇ ਚਾਹੇ ਉਹਨੂੰ ਮਾਨਤਾ ਦਿੱਤੀ, ਘਟੋਤ ਕੱਛ ਪੈਦਾ ਹੋਇਆ ਜਿਹੜਾ ਬੜੀ ਲੀਜੈਂਡਰੀ ਫਿਗਰ ਹੈ ਜੀ।
ਤਾਂ ਜਦੋਂ ਜਾਣ ਲੱਗੇ ਭੀਮ ਹੋਰੀ ਸਾਲ ਤੋਂ ਬਾਅਦ ਉਹ ਕਹਿਣ ਲੱਗੇ ਵੀ ਅਸੀਂ ਇਹਦੀ ਪਰਵਰਿਸ਼ ਕਰ ਲਾਂਗੇ। ਉਹ ਕਹਿੰਦੀ ਨਹੀਂ, ਮੈਂ ਪ੍ਰਿੰਸੈਸ ਹਾਂ, ਮੈਨੂੰ ਜ਼ਰੂਰਤ ਨਹੀਂ, ਤੁਹਾਨੂੰ ਜ਼ਰੂਰਤ ਹੋਊ ਉਦੋਂ ਆਈਓ। ਉਹ ਫਿਰ ਜਦੋਂ ਕਰਨ ਨੇ ਉੱਥੇ ਕਰਤੀ ਪੂਰੀ ਸੈਨਾ ਐਨੀਹੇਲ ਕਰਨ ਲੱਗਿਆ ਤਾਂ ਇਹ ਸੀਗਾ ਵੀ ਬ੍ਰਹਮਾਸਤਰ ਹਲੇ ਇਹਦੇ ਕੋਲੇ ਹੈਗਾ। ਤਾਂ ਕ੍ਰਿਸ਼ਨ ਜੀ ਨੇ ਕਿਹਾ ਵੀ ਉਹਨੂੰ ਭਾਈ ਘਟੋਤਕਚ ਨੂੰ ਬੁਲਾ ਲਓ। ਤਾਂ ਬ੍ਰਹਮਾਸਤਰ ਉਸ 'ਤੇ ਚਲਾਇਆ। ਬ੍ਰਹਮਾਸਤਰ ਆਜ ਦਾ ਐਟਮ ਬੰਬ, ਗਾਈਡਡ ਮਿਜ਼ਾਈਲ ਫਿਟਡ ਵਿਦ ਐਟਮ ਬੰਬ ਲਗਾ ਲਓ, ਉੱਤੇ ਚਲਾਇਆ। ਤਾਂ ਉਹ ਇਹ ਇਸ ਕਰਕੇ ਦੱਸਿਆ ਵੀ ਇਹ ਕਨਸੈਪਟ ਪੁਰਾਣਾ ਹੀ ਹੈ ਜੀ। ਤੁਸੀਂ ਅੱਜ ਮਨਾਲੀ ਜਾਓ, ਉੱਥੇ ਖੜੀਮਾ ਮਾਤਾ ਦਾ ਮੰਦਿਰ ਹੈਗਾ ਮੇਨ ਚੌਕ ਤੋਂ, ਸਾਰੇ ਹੀ ਜਾਂਦੇ ਹੈ। ਬਿਲਕੁਲ ਹੈ। ਹਨੀਮੂਨ ਕਪਲ ਜਾ ਕੇ ਤਾਂ ਦੁਆ ਮੰਗਦੇ ਸੀ ਸਾਡਾ ਮੈਰੀਟਲ ਲਾਈਫ ਠੀਕ ਰਹੇ ਜੀ। ਤਾਂ ਮਤਲਬ ਇਹ ਵੀ ਇੰਡੀਆ ਦਾ ਪੁਰਾਣਾ ਐਂਸ਼ੀਅੰਟ ਕਨਸੈਪਟ ਸੀਗਾ ਜਿਹੜਾ ਉੱਥੇ ਤੋਂ ਆ ਗਿਆ। ਜੀ। ਹੁਣ ਲਿਵ ਇਨ ਕਲਚਰ 'ਚ ਮਾਡਰਨ ਦੇ ਵਿੱਚ ਕੀ ਹੈਗਾ, ਲਿਵ ਇਨ ਦੇ ਵਿੱਚ ਕੋਈ ਵੀ 18 ਸਾਲ ਤੋਂ ਉੱਪਰ ਮਰਦ ਔਰਤ ਰਹਿ ਸਕਦੇ ਹੈ ਜੀ। ਹੁਣ ਪੋਜੀਸ਼ਨ ਇਹਦੇ 'ਚ ਵੀ ਇੱਕ ਬੜੀ ਜ਼ਬਰਦਸਤ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ ਸੀ, ਉਹਨੂੰ ਮੀਡੀਆ ਨੇ ਜ਼ਿਆਦਾ ਚੱਕਿਆ ਨਹੀਂ। 2019 'ਚ ਆਈ ਸੀਗੀ ਉਹ ਸ਼ਾਇਦ ਜੋਸਫ ਸ਼ਾਈਨੇ ਵਰਸੀ ਯੂਨੀਅਨ ਆਫ ਇੰਡੀਆ ਸਮਥਿੰਗ ਇੱਦਾਂ ਦੀ ਸੀਗੀ। ਅਤੇ ਉਹਦੇ 'ਚ ਇਹ ਸੈਕਸ਼ਨ ਅਡਲਟਰੀ 'ਚ ਕਵਰ ਹੁੰਦੀ ਸੀ। ਜੀ। ਅਡਲਟਰੀ ਵੀ ਇੱਕ ਬੜੀ ਕਮਾਲ ਦੀ ਸੈਕਸ਼ਨ ਸੀਗੀ, 497 ਹੈਗੀ ਹੈ ਜੀ। ਉਹਦੇ 'ਚ ਇਹ ਸੀਗਾ ਵੀ ਅਗਰ ਕਿਸੇ ਵਿਆਹਿਤਾ ਮੈਰਿਡ ਵੂਮਨ ਦੇ ਨਾਲ ਉਹਦਾ ਕੋਈ ਮੇਲ ਮੈਂਬਰ ਦੋਸਤ ਆ, ਕੋਈ ਉਹਦੇ ਨਾਲ ਸੰਬੰਧ ਬਣਾਉਂਦਾ ਤਾਂ ਉਹ ਮੈਰਿਡ ਵੂਮਨ ਦਾ ਹਸਬੈਂਡ ਉਹਦੇ ਆਪਣੀ ਵਾਈਫ ਦੇ ਫਰੈਂਡ ਦੇ ਖਿਲਾਫ ਪਰਚਾ ਦਰਜ ਕਰਾ ਸਕਦਾ ਸੀ। 497 'ਚ 5 ਸਾਲ ਦੀ ਸਜ਼ਾ ਸੀ। ਜੀ। ਪਰ ਜੇ ਕੋਈ ਮੈਰਿਡ ਹਸਬੈਂਡ ਕਿਸੇ ਵੂਮਨ ਨਾਲ ਕਰਦਾ ਤਾਂ ਉਹਦੀ ਵਾਈਫ ਨੂੰ ਇਹ ਰਾਈਟ ਨਹੀਂ ਸੀ ਵੀ ਆਪਣੇ ਮੈਰਿਡ ਉਸ ਵੂਮਨ ਦੇ ਖਿਲਾਫ ਪਰਚਾ ਦਰਜ ਕਰਾ ਦੇ। ਬਿਲਕੁਲ। ਤਾਂ ਹਿਊਮਨ ਜਿਹੜੀਆਂ ਵੂਮਨ ਆਰਗੇਨਾਈਜੇਸ਼ਨ ਉਹਨਾਂ ਬੜਾ ਰੋਲ ਪਾਇਆ ਜੀ, ਇਹ ਤਾਂ ਡਿਸਕ੍ਰਿਮੀਨੇਟਰੀ ਹੈ, ਵਾਈਫ ਤਾਂ ਪ੍ਰੋਪਰਟੀ ਹੋ ਗਈ। ਉਹ ਕਹਿੰਦੇ ਜੀ ਮੇਰੀ ਵਾਈਫ ਵਾਇਲੇਟ ਕਰਤੀ, ਪਰਚਾ ਦਰਜ ਕਰ ਦਿਓ। ਅਰੇ ਬਈ ਉਹਦਾ ਵੀ ਤਾਂ ਹਸਬੈਂਡ ਵਾਇਲੇਟ ਹੋਇਆ, ਉਹਨੂੰ ਤਾਂ ਰਾਈਟ ਨਹੀਂ। ਐਗਜ਼ੈਕਟਲੀ। ਵੀ ਸਾਨੂੰ ਵੀ ਇਹ ਰਾਈਟ ਦਿਓ ਜਾਂ ਦੋਨਾਂ ਤੋਂ ਖੋਲੋ। ਸੁਪਰੀਮ ਕੋਰਟ ਨੇ ਦੋਨਾਂ ਤੋਂ ਰਾਈਟ ਖੋਲਿਆ। ਜੀ। ਕਹਿੰਦਾ ਵੀ ਇਹਨੂੰ ਡੀਕ੍ਰਿਮੀਨਲਾਈਜ਼ ਕਰਤਾ। ਇਹ ਜਿਹੜਾ ਹੈਗਾ ਮੈਰਿਡ ਜਿਹੜੀ ਲੇਡੀ ਆ ਉਹਦਾ ਹਸਬੈਂਡ ਮੈਰਿਡ ਲੇਡੀ ਦੇ ਫਰੈਂਡ ਦੇ ਖਿਲਾਫ ਮੁਕੱਦਮਾ ਦਰਜ ਨਹੀਂ ਕਰਾ ਸਕਦਾ। ਜੀ। ਪਰ ਇਹ ਡਿਵੋਰਸ ਗਰਾਊਂਡ ਆਫ ਡਿਵੋਰਸ ਹੈਗੀ ਹੈ। ਜੀ। ਇਹਨੂੰ ਅਡਲਟਰੀ ਦੇ ਤੌਰ 'ਤੇ ਹੀ ਹੈਗਾ ਅਤੇ ਉਹ ਲੈ ਸਕਦੇ ਹੈ। ਜਦੋਂ ਇਹ ਹਟ ਗਈ ਤਾਂ ਲਿਵ ਇਨ ਰਿਲੇਸ਼ਨਸ਼ਿਪ ਦਾ ਕਨਸੈਪਟ ਬੜਾ ਹੀ ਬੂਸਟ ਕਰ ਗਿਆ, ਸਕਾਈ ਰੌਕਟ ਕਰ ਗਿਆ। ਕਿਉਂਕਿ ਪਹਿਲਾਂ ਤਾਂ ਕੀ ਹੁੰਦਾ ਸੀਗਾ, ਇਹ ਜਿਹੜੇ ਲਿਵ ਇਨ ਦੇ ਵਿੱਚ ਹੁੰਦੇ ਆ ਜਿੰਨੇ ਕੁ ਅਨਮੈਰਿਡ ਮੁੰਡੇ ਕੁੜੀਆਂ ਉਨੇ ਕੀ ਉਹ ਕਪਲ ਹੈਗੇ ਜਿਨ੍ਹਾਂ ਦੇ ਮੈਰਿਜ ਰਿਲੇਸ਼ਨ ਐਸਟੇਨਡ ਹੈ। ਜੀ। ਲੜਕੀ ਤੰਗ ਹੈ ਆਪਣੇ ਹਸਬੈਂਡ ਤੋਂ, ਲੱਗ ਰਹੀ ਹੈ, ਤਲਾਕ ਦੀ ਕਾਰਵਾਈ ਚੱਲ ਰਹੀ ਹੈ, ਕਿਸੇ ਨਾਲ ਮੇਲ ਨਾਲ ਫਰੈਂਡਸ਼ਿਪ ਹੋ ਗਈ, ਐਵੇਂ ਹੀ ਮੇਲ ਹੈ ਉਹਦੀ ਔਰਤ ਨੂੰ ਡਿਜ਼ਰਟ ਕਰ ਗਈ ਉਹ ਹੈ। ਪਰ ਉਹਦੇ ਵਿੱਚ ਇੱਕ ਐਲੀਮੈਂਟ ਆਫ ਫੀਅਰ ਰਹਿੰਦਾ ਸੀਗਾ। ਮੈਰਿਡ ਵੂਮਨ ਨਾਲ ਜਦੋਂ ਬੰਦਾ ਰਹਿੰਦਾ ਉਹਦਾ ਹਸਬੈਂਡ ਕਹਿੰਦਾ ਜੀ ਆ ਜਾ ਵੀ, ਪੁਲਿਸ ਕੰਪਲੇਂਟ ਕਰਦਾ ਇਹਨੂੰ ਲੈ ਜਾਂਦੇ ਸੀਗੇ। ਜੀ। ਅਤੇ ਉਹੀ ਮਾਰਕੁੱਟ ਹੁੰਦੀ ਸੀ, ਫਿਰ ਸੋਸ਼ਲ ਡਰਾਮਾ ਹੁੰਦਾ ਸੀਗਾ। ਹੁਣ ਹੁਣ ਇਸ ਤੋਂ ਬਾਅਦ ਲਿਵ ਇਨ ਰਿਲੇਸ਼ਨਸ਼ਿਪ ਬਹੁਤ ਹੀ ਬੂਸਟ ਕਰ ਗਿਆ, ਲੇਕਿਨ ਹੁਣ ਉਹਦਾ ਮਿਸਯੂਜ਼ ਵੀ ਹੋਣ ਲੱਗਿਆ। ਜਿਵੇਂ ਤੁਸੀਂ ਕਿਹਾ 2-2 ਸਾਲ 6-6 ਮਹੀਨੇ 2-2 ਸਾਲ ਲੈ ਗਏ ਮੈਰਿਜ ਦੇ ਉਸਤੇ। ਅੱਜ ਦੀ ਘੜੀ ਦੇ ਵਿੱਚ ਤੁਹਾਨੂੰ ਮੈਂ ਦੱਸਾਂ, ਇਹ ਜਿਹੜੀ ਸੈਕਸ਼ਨ 376 ਹੈ ਨਾ ਜੀ, ਇਹ ਸੈਕਸ਼ਨ 376 ਤੱਕ ਹੈ। ਇਹਦੇ 'ਚ ਇੱਕ ਨਵੀਂ ਸੈਕਸ਼ਨ ਮੈਂ ਕਿਤਾਬ 'ਚ ਲਿਖਿਆ, ਇੰਟਰੋਡਿਊਸ ਕਰੋ, ਸੈਕਸ਼ਨ 376F। ਜੀ। ਉਹਦੇ 'ਚ ਤੁਸੀਂ ਇੱਦਾਂ ਦੇ ਮਾਮਲੇ ਦਰਜ ਕਰੋ ਜਿਹੜੇ ਕਪਲ ਲਿਵ ਵਿੱਚ ਰਹਿੰਦੇ ਆ, 6 ਮਹੀਨੇ ਸਾਲ ਲੈ ਗਏ, 2 ਸਾਲ ਲੈ ਗਏ, ਮੈਰਿਜ ਦੇ ਪ੍ਰੋਮਿਸ ਉਹਦੇ 2 ਸਾਲ ਬਾਅਦ ਕਹਿੰਦਾ ਯਾਰ ਮੈਂ ਨਹੀਂ ਵਿਆਹ ਕਰਾਉਣਾ, ਕਹਿੰਦਾ ਨਾ ਜੀ ਇਹਦਾ ਰੇਪ ਕਰਤਾ 2 ਸਾਲ, ਬੰਦਾ ਚੱਲ ਅੰਦਰ, 2 ਮਹੀਨੇ ਜ਼ਮਾਨਤ ਨਹੀਂ। ਜੀ। ਜਾਂ ਫਿਰ ਇੱਦਾਂ ਦੇ ਕਿ ਜੀ ਮੈਰਿਜ ਦਾ ਪ੍ਰੋਮਿਸ ਕੀਤਾ ਸੀਗਾ, ਅਸੀਂ ਸੰਬੰਧ ਬਣਾ ਲਏ ਜੀ, ਹੁਣ ਮੈਰਿਜ ਤੋਂ ਨਾ ਕਰਦਾ, ਰੇਪ ਹੈ ਜੀ, ਚੱਲ ਅੰਦਰ। ਇਹਨੇ ਨੌਕਰੀ ਦਿਵਾਉਣ ਦਾ ਮੈਨੂੰ ਵਾਅਦਾ ਕੀਤਾ ਸੀਗਾ ਜੀ, ਮੈਂ DC ਆਫਿਸ 'ਚ ਲਗਵਾ ਦੂੰ, ਫਲਾਣੀ ਥਾਂ 'ਤੇ ਲਗਵਾ ਦੂੰ, ਇਹ ਹੁਣ ਮੁੱਕਰਦਾ ਜੀ, ਇਹਨੇ ਮੈਨੂੰ ਬਹਿਕਾ ਕੇ ਜੀ ਰੇਪ ਕਰ ਲਿਆ, ਚੱਲ ਅੰਦਰ। ਦੈਨਿਕ ਭਾਸਕਰ 'ਚ ਵੀ ਆਈ ਸੀਗੀ ਖਬਰ, ਨੈਸ਼ਨਲ ਕ੍ਰਾਈਮ ਬਿਊਰੋ ਨੇ ਵੀ ਕਿਹਾ ਕਿ ਜਿੰਨੇ ਰੇਪ ਦੇ ਪਰਚੇ ਦਰਜ ਹੋਏ 40% ਉਹਨਾਂ 'ਚੋਂ ਇਹ ਮੁਕੱਦਮੇ ਹੈ ਜਿਨ੍ਹਾਂ ਨੂੰ ਕੈਂਸਲ ਕਰ ਦਿੱਤਾ ਗਿਆ। ਹੁਣ ਲੋਕ ਅੱਗੇ ਆਉਣ ਲੱਗ ਗਏ। ਹੁਣ ਉਹ ਕਹਿੰਦੇ ਵੀ ਇਹ ਟੈਬੂ ਤਾਂ ਅਸੀਂ ਬਲੈਕਮੇਲ ਨਹੀਂ ਹੋਣਾ। ਬਿਲਕੁਲ। ਅਸੀਂ ਘਰਦਿਆਂ ਤੋਂ ਜੁੱਤੀਆਂ ਖਾ ਲਾਂਗੇ, ਬੱਚਿਆਂ ਤੋਂ ਜੁੱਤੀਆਂ ਖਾ ਲਾਂਗੇ, ਪਰ ਬਲੈਕਮੇਲ ਨਹੀਂ ਹੋਣਾ। ਬਿਲਕੁਲ, ਕਿਉਂਕਿ ਇੱਕ ਲੰਬੇ ਅਰਸੇ ਤੱਕ ਲੋਕ ਇਸ ਨੂੰ ਗਰਾਊਂਡ ਦੇ ਵਜੋਂ ਯੂਜ਼ ਕਰਕੇ ਤੇ ਉਹਨਾਂ ਨਾਲ ਧੱਕਾ ਕਰਦੇ ਰਹੇ ਨੇ। ਤਾਂ ਮੈਂ ਹੁਣ ਇਹ ਕਿਹਾ ਵੀ ਨਹੀਂ, ਜੇ ਤੁਸੀਂ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਇੱਕ ਨਈ ਸੈਕਸ਼ਨ ਇੰਟਰੋਡਿਊਸ ਕਰੋ, ਸੈਕਸ਼ਨ 376F। ਉਹਦਾ ਹੈਡਿੰਗ ਦਿਓ, ਰੇਪ ਥਰੂ ਫਰਾਡ, ਮਿਸਰਿਪ੍ਰੈਜ਼ੈਂਟੇਸ਼ਨ ਔਰ ਡਿਸੀਟਫੁਲ ਮੀਨਸ। ਜੀ। ਉਹ 'ਚ ਤੁਸੀਂ 5 ਸਾਲ ਤੋਂ 7 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਨਾ ਕਰੋ, 3 ਤੋਂ 5 ਸਾਲ ਦੀ ਸਜ਼ਾ ਕਰੋ। ਉਹਨੂੰ ਬੇਲੇਬਲ ਬਣਾਓ, ਬੰਦੇ ਦੀ ਬੇਲ ਹੋ ਜੇ। ਜੀ। ਉਹਨੂੰ ਕੋਗਨੀਜੇਬਲ ਬਣਾ ਦਿਓ, ਪੁਲਿਸ ਕੋਗਨੀਜੇਬਲ ਲੈ ਲੇ, ਕੋਈ ਗੱਲ ਨਹੀਂ, ਪਰਚਾ ਦਰਜ ਕਰਨਾ ਕਰ ਲੇ, ਪਰ ਉਹਨੂੰ ਕੰਪਾਊਂਡੇਬਲ ਬਣਾਓ। ਕੰਪਾਊਂਡਰ ਮੀਨਸ ਉਹਦਾ ਕੰਪਰੋਮਾਈਜ਼, ਬੈਠ ਕੇ ਪੁਲਿਸ ਗੱਲ ਸੁਣੇ, ਜਿਵੇਂ ਆਪਣੇ ਡੋਰੀ ਲਾਅ 'ਚ ਹੈ। ਜੀ। ਹੁਣ ਉਹ ਜਿਵੇਂ ਵੀ ਕੰਪਲੇਂਟ ਦਿੰਦੀ, FIR ਨਹੀਂ ਦਰਜ ਹੁੰਦੀ, ਕਿਉਂਕਿ 2 ਲਾਅਜ਼ ਦਾ ਸਭ ਤੋਂ ਵੱਧ ਮਿਸਯੂਜ਼ ਹੋਇਆ, ਇੱਕ ਡੋਰੀ ਲਾਅ ਦਾ, ਇੱਕ ਸੈਕਸ ਲਾਅ ਦਾ। ਐਗਜ਼ੈਕਟਲੀ। ਸੈਕਸ ਲਾਅ ਦਾ ਸੋਸ਼ਲ ਟੈਬੂ ਕਰਕੇ, ਡੋਰੀ ਲਾਅ ਦਾ ਵੀ ਬਸ ਪ੍ਰੈਸ਼ਰ। ਜੀ। ਤਾਂ ਉਹ 'ਚ ਹੁਣ ਸੁਪਰੀਮ ਕੋਰਟ ਨੇ ਕਹਿੰਦਾ ਵੀ ਕੰਪਲੇਂਟ ਦਿੰਦੀ, FIR ਨਹੀਂ ਦਰਜ ਹੋਏਗੀ, ਕੰਪਲੇਂਟ ਲੈ ਕੇ ਇੱਕ ਮੀਡੀਏਸ਼ਨ ਕਮੇਟੀ ਬਣੂਗੀ, ਜਿਹ 'ਚ ਇੱਕ ਲੇਡੀ ਹੋਊਗੀ, ਇਲਾਕੇ ਦੀ ਸੋਸ਼ਲ ਵਰਕਰ,
ਇੱਕ ਐਸਐਚਓ ਹੋਊਗਾ, ਇੱਕ ਕੋਈ ਹੋਰ ਪਾਰਸ਼ਦ ਜਿਹੜਾ ਹੈ, ਉਹ ਬੈਠ ਕੇ ਦੋਨਾਂ ਦੀਆਂ ਗੱਲਾਂ ਸੁਣਨਗੇ, ਕੌਂਸੀਲੇਸ਼ਨ ਕਰਾਂਗੇ। ਨਹੀਂ ਫਿਰ ਦੇਖਣਗੇ ਕਿਹਦੀ ਗਲਤੀ ਹੈ। ਮੁੰਡੇ ਦੀ ਗਲਤੀ ਹੈ, ਫਿਰ ਉਹ ਕਹਿਣਗੇ ਵੀ ਐਫਆਈਆਰ ਦਰਜ ਕਰ ਲਓ। ਕੁੜੀ ਦੀ ਗਲਤੀ, ਉਹ ਕਹਿਣਗੇ ਜੀ ਕੋਈ ਐਫਆਈਆਰ ਨਹੀਂ ਹੈ। ਇਸੇ ਤਰ੍ਹਾਂ ਮੈਂ ਇਹ 'ਚ ਲਿਖਿਆ ਵੀ ਇੱਦਾਂ ਦਾ ਇੱਕ ਮੈਕੈਨਿਜ਼ਮ ਇਵੋਲਵ ਕਰੋ ਜਿਹ 'ਚ ਬੈਠ ਕੇ ਪਤਾ ਲੱਗੇ ਕਿਹਦੀ ਗਲਤੀ ਹੈ, ਤਾਂ ਕਿ ਬਲੈਕਮੇਲਿੰਗ ਤੋਂ ਹਜ਼ਾਰਾਂ ਲੱਖਾਂ ਬਚ ਜਾਣ। ਹੁਣ ਸੋਸ਼ਲ ਮੀਡੀਆ ਤੇ ਹੋਰ ਹੋ ਗਿਆ ਜੀ, ਉਹ ਪੋਸਟ ਕਰਤੀ, ਫਰੈਂਡ ਬਣ ਗਏ, ਡੇਟਿੰਗ ਤੇ ਬੁਲਾ ਲਿਆ, ਹੋਟਲ 'ਚ ਚਲੇ ਗਏ, ਤਿੰਨਾਂ ਕੁ ਦਿਨਾਂ ਬਾਅਦ ਕਿ ਜੀ ਉਹ ਡੇਟਿੰਗ ਤੇ ਗਏ ਸੀਗੇ ਜੀ, ਮੈਨੂੰ ਹੋਟਲ 'ਚ ਲੈ ਗਿਆ, ਮੈਨੂੰ ਇੰਟੌਕਸੀਕੈਂਟ ਪਿਲਾ ਕੇ ਮੈਂ ਬੇਹੋਸ਼ ਹੋ ਗਈ ਜੀ, ਮੇਰੇ ਨਾਲ ਸੰਬੰਧ ਬਣਾ ਲਏ ਜੀ, ਹੁਣ ਰੇਪ ਹੋ ਗਿਆ ਜੀ। ਬਿਲਕੁਲ, ਮੈਂ ਇਹੀ ਗੱਲ ਕਰਨ ਲੱਗੀ ਸੀ ਕਿ ਕਿਸੇ ਵੀ ਕ੍ਰਾਈਮ ਦਾ ਜਿਹੜੀ 3 ਗਰਾਊਂਡਸ ਹੁੰਦੀਆਂ ਨੇ ਤਾਂ 3 Ws ਕਹਿੰਦੇ ਨੇ, ਇਹ ਵੀ ਅਵੋਇਡ ਕਰਨੇ ਚਾਹੀਦੇ ਨੇ, ਵਿਮਨ, ਵੈਲਥ ਐਂਡ ਵਾਈਨ। ਤਾਂ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਿਹਾ ਜਾਂਦਾ ਹੈ ਵੀ ਕ੍ਰਾਈਮ ਜਾਂ ਤਾਂ ਪੈਸੇ ਕਰਕੇ ਜਾਂ ਸੈਕਸ ਕਰਕੇ। ਜਰ ਜੋਰੂ ਜ਼ਮੀਨ, ਇਹਨੂੰ ਆਪਾਂ ਇਹ ਕਹਿੰਦੇ ਜਰ ਮਾਨੇ ਪੈਸਾ, ਜੋਰੂ ਮਾਨੇ ਔਰਤ, ਜ਼ਮੀਨ। ਬਿਲਕੁਲ, ਤਾਂ ਇਹਨਾਂ ਕਰਕੇ ਹੀ ਹੋਂਦ ਵਿੱਚ ਆਉਂਦੇ ਨੇ। ਮੈਂ ਹੁਣ ਪ੍ਰੋਗਰਾਮ ਦੇ ਆਖਿਰ ਵਿੱਚ ਚਾਹੁੰਦੀ, ਕਿਉਂਕਿ ਸਮਾਂ ਬਹੁਤ ਹੋ ਗਿਆ ਔਰ ਇਹ ਟੌਪਿਕ ਇਸ ਤਰ੍ਹਾਂ ਦਾ ਹੈ ਕਿ ਇਸ 'ਤੇ ਇੱਕ ਸੀਰੀਜ਼ ਕੀਤੀ ਜਾ ਸਕਦੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਵੀ। ਮੈਂ ਚਾਹੁੰਦੀ ਸੀ ਕਿ ਤੁਸੀਂ ਹੁਣ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਸੈਕਸ ਲਾਜ਼ ਦੀ ਅਵੇਅਰਨੈਸ ਜਿਹੜੀ ਹੈ ਉਹ ਹਰ ਕਾਮਨ ਮੈਨ ਦੇ ਵਿੱਚ ਹੋਣੀ ਕਿਉਂ ਜ਼ਰੂਰੀ ਹੈ? ਉਹ ਇਸੇ ਕਰਕੇ ਜ਼ਰੂਰੀ ਹੈ ਕਿ ਜੀ ਇੱਕ ਤਾਂ ਟੈਬੂ ਨੂੰ ਪਰਾਂ ਕਰਕੇ ਸਿੱਟੇ ਜੀ, ਬਲੈਕਮੇਲਿੰਗ ਦਾ ਸ਼ਿਕਾਰ ਨਾ ਹੋਵੇ, ਪੁਲਿਸ ਐਟਰੋਸਿਟੀਜ਼ ਦਾ, ਸਟੈਟੂਟਰੀ ਅਥਾਰਟੀਜ਼ ਦੀਆਂ ਜਿਹੜਾ ਹੁਣ ਦਵਾਉਂਦੇ ਆ, ਉਹਨਾਂ ਤੋਂ ਪਰਸੇਕਿਊਟ ਨਾ ਹੋਵੇ, ਪ੍ਰਤਾੜਿਤ ਨਾ ਹੋਵੇ, ਜਿਹਨੂੰ ਆਪਾਂ ਉਹ 'ਚ ਕਹਿ ਦਿੰਦੇ ਹਾਂ। ਹੁਣ ਜੇ ਉਹਨੂੰ ਆਪਣੇ ਰਾਈਟਸ ਹੀ ਨਹੀਂ ਪਤਾ, ਉਹ ਤਾਂ ਹੁਣ ਜਿਵੇਂ ਹੋਟਲ 'ਚ ਪਕੜਿਆ ਗਿਆ, ਹੋਟਲ ਮੋਟਲ ਧਰਮਸ਼ਾਲਾ 'ਚ ਪਕੜਿਆ ਗਿਆ, ਪੈਸੇ ਦੇ ਕੇ ਛੁੱਟ ਜਾਣਾ ਜਾਂ 2 ਦਿਨ ਅੰਦਰ ਰਹਿ ਕੇ ਪੁਲਿਸ ਦੀ ਮਾਰ ਖਾ ਕੇ ਛੁੱਟ ਜਾਣਾ। ਅਗਰ ਉਹਨੂੰ ਆਪਣੇ ਰਾਈਟਸ ਪਤਾ, ਉਹ ਕਹੂਗਾ ਵੀ ਲੁੱਕ ਮਿਸਟਰ ਆਫਿਸਰ, ਉਹ 'ਚ ਬਸ ਇੱਕੋ ਹੀ ਚੀਜ਼ ਹੈ, ਤੁਸੀਂ ਆਪਣਾ ਨਾਮ, ਪਤਾ, ਐਡਰੈਸ, ਟੈਲੀਫੋਨ ਨੰਬਰ ਠੀਕ ਲਿਖਵਾਓ, ਬਿਲਕੁਲ, ਤਾਂ ਕਿ ਉਹ 109 'ਚ ਨਾ ਫੜ ਸਕਣ। ਇਮੋਰਲ ਤਾਂ ਫੜ ਨਹੀਂ ਸਕਦੇ ਜਦੋਂ ਕੰਸੈਂਟ ਦੇ ਵਿੱਚ 2 ਲੇਡੀ ਔਰ ਜੈਂਟਸ ਹੈਗੇ ਹੈ, ਉਹ ਤਾਂ ਫੜ ਨਹੀਂ ਸਕਦੇ, 18 ਸਾਲ ਤੋਂ ਉੱਪਰ ਹੈ। ਉਹ ਪਤਾ ਠੀਕ ਨਹੀਂ, ਜਦੋਂ ਪੁਲਿਸ ਫੜਨਾ ਨੂੰ ਕਹਿੰਦਾ ਦੇਖ ਬਈ ਇਹ ਤੂੰ ਗਲਤ ਕਰ ਰਿਹਾ, ਤੇਰੇ ਖਿਲਾਫ ਮੈंने ਧਾਰਾਵਾਂ ਲਿਖੀਆਂ, ਰੋਂਗਫੁਲ ਰਿਸਟ੍ਰੇਂਟ, ਰੋਂਗਫੁਲ ਕਨਫਾਈਨਮੈਂਟ, ਅਬਿਊਜ਼ ਆਫ ਆਪਣਾ ਅਸੌਲਟ ਐਂਡ ਯੂਜ਼ ਆਫ ਕ੍ਰਿਮੀਨਲ ਫੋਰਸ ਇਲੀਗਲ। ਇਹਨਾਂ ਸਾਰੀਆਂ 6 ਮਹੀਨੇ ਤੋਂ ਲੈ ਕੇ 1-1, 2-2 ਸਾਲ ਦੀਆਂ ਸਜ਼ਾਵਾਂ। ਉਹਨਾਂ ਨੇ ਦੱਸਿਆ ਭਾਈ ਇਹ ਹੈ, ਮੈਂ ਤੇਰੇ ਖਿਲਾਫ ਕਾਰਵਾਈ ਕਰੂੰਗਾ। ਅੰਦਰੋਂ ਹਰ ਬੰਦੇ ਨੂੰ ਪਤਾ ਹੁੰਦਾ, ਉਹ ਡਰ ਜਾਂਦਾ। ਇਹ 'ਚ ਹੀ ਮਤਲਬ ਹਜ਼ਾਰਾਂ ਲੱਖਾਂ ਨੌਜਵਾਨ ਇਸੇ 'ਚ ਹੀ ਬਚ ਜਾਣਗੇ ਪ੍ਰਤਾੜਿਤ ਹੋਣ ਤੇ। ਨਹੀਂ ਤਾਂ ਜੇ ਅੰਦਰ ਕਰਦਾ ਵਕੀਲ ਕਰੋ, ਅੰਦਰ ਰਹੋ, ਸੋਸ਼ਲ ਪਰਸਨਸ ਹੋ ਤੇ ਲਾਭਾਸ ਫਿਜ਼ੀਕਲ ਹੈਰੈਸਮੈਂਟ ਬਹੁਤ ਜ਼ਿਆਦਾ ਹੋ ਜਾਂਦਾ। ਇਹਦਾ ਪਰਪਸ ਇਹੀ ਹੈ ਲੋਕਾਂ ਨੂੰ ਉਹਨਾਂ ਦੇ ਮਾਨਵ ਅਧਿਕਾਰਾਂ ਬਾਰੇ ਜੀ ਵੀ ਬਾਈ ਤੁਹਾਡੇ ਇਹ ਰਾਈਟਸ ਹੈ, ਕੋਈ ਗੱਲ ਨਹੀਂ ਉਸ ਟਾਈਮ ਚਲੋ ਤੁਸੀਂ ਕਰਕੇ ਬਾਅਦ 'ਚ ਤੁਸੀਂ ਐਕਸ਼ਨ ਲੈ ਲਓ ਜੀ, ਉਹ 'ਚ ਵੀ ਫਿਰ ਬੜਾ ਡੈਟਰੈਂਟ ਇਫੈਕਟ ਪੈਂਦਾ ਹੈਗਾ ਜੀ। ਤੇ ਤਾਂ ਮੇਨ ਪਰਪਸ ਇਹੀ ਹੈਗਾ ਜੀ। ਥੈਂਕ ਯੂ ਸੋ ਮਚ, ਤੁਸੀਂ ਸਾਡੇ ਸਟੂਡੀਓ ਆਏ ਔਰ ਸਾਡੇ ਨਾਲ ਇਹਨਾਂ ਲਾਜ਼ ਬਾਰੇ ਗੱਲਬਾਤ ਕੀਤੀ। ਦਰਸ਼ਕੋ, ਇਹਨਾਂ ਚੀਜ਼ਾਂ ਬਾਰੇ ਸਾਨੂੰ ਅਵੇਅਰ ਹੋਣਾ ਲਾਜ਼ਮੀ ਹੈ, ਕਿਉਂਕਿ ਤੁਸੀਂ ਕਿਸੇ ਇਸ ਤਰ੍ਹਾਂ ਦੇ ਛਲਾਵੇ ਦੇ ਵਿੱਚ ਨਾ ਆ ਜਾਓ। ਇਹ ਦਾ ਅਨਮਿਊਟ ਦੀ ਸੀ ਇੱਕ ਨਿੱਕੀ ਜਿਹੀ ਕੋਸ਼ਿਸ਼, ਔਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਨਮਿਊਟ ਕਿਸੇ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਏਗਾ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ, ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਡਿਗਨੇਟਰੀ ਦੇ ਨਾਲ ਫਿਰ ਤੋਂ ਤੁਹਾਡੇ ਹੋਵਾਂਗੇ ਰੂਬਰੂ। ਤਦ ਤੱਕ ਲਈ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।